ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਵਿੱਚ ਬੈਠ ਕਰਕੇ ਇਸ ਪਾਵਨ ਸਥਾਨ ਤੋਂ ਸਰਵਣ ਕਰਦੀਆਂ ਹੋ। ਉਹ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਦੀ ਆਰੰਭਤਾ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਗ੍ਰੰਥ ਸਾਹਿਬ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ। ਮਾਲਕ ਪਾਤਸ਼ਾਹ ਜੀ ਆਪ ਰਸਨਾ ਉੱਤੇ ਵਰਤ ਕੇ ਆਪਣੀ ਪਾਵਨ ਬਾਣੀ, ਆਪਣੇ ਸ਼ਬਦ ਦੀ ਵਿਚਾਰ ਸਤਿਗੁਰੂ ਜੀ ਆਪ ਕਰਵਾ ਲੈਣ ਔਰ ਆਪ ਸਰਬੱਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਬਿਰਤੀਆਂ ਇਕਾਗਰ ਕਰਦੇ ਹਾਂ। ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬੱਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਮਾਝ ਮਹੱਲਾ ਤੀਜਾ। ਹੋ ਵਾਰੀ ਜਿਉ ਵਾਰੀ, ਹਰ ਸੱਚੇ ਕੇ ਗੁਣ ਗਾਵਣਿਆ। ਬਾਝ ਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾਵਣਿਆ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਪਿਆਰ ਸਹਿਤ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਸਤਿਗੁਰੂ ਧੰਨ ਗੁਰੂ ਅਮਰਦਾਸ ਪਾਤਸ਼ਾਹ ਜੀ ਕੇ ਮੁਖਾਰਬਿੰਦ ਤੋਂ ਉਚਾਰਨ ਕੀਤੇ ਹੋਏ ਮਾਝ ਰਾਗ ਦੇ ਅੰਦਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਕੇ ਪਾਵਨ ਅੰਗ 125 और 26 ਦੇ ਉੱਪਰ ਸੁਭਾਇਮਾਨ ਹੈ। ਅੱਜ ਇਹਨਾਂ ਪਾਵਨ ਬਚਨਾਂ ਦੀ ਰਾਹੀਂ ਜੋ ਸਤਿਗੁਰੂ ਜੀ ਗੁਰੂ ਬਾਬਾ ਜੀ ਵੱਲੋਂ ਉਪਦੇਸ਼ ਸਾਨੂੰ ਬਖਸ਼ਿਸ਼ ਕੀਤਾ ਹੈ ਮਾਲਕ ਨੇ, ਉਹਦੇ ਵਿੱਚ ਅੱਜ ਸਤਿਗੁਰੂ ਜੀ ਕੀ, ਗੁਰੂ ਪਾਤਸ਼ਾਹ ਜੀ ਕੀ ਵਡਿਆਈ ਗੁਰੂ ਅਮਰਦਾਸ ਸਾਹਿਬ ਗਾ ਰਹੇ। ਜਿਹਦੇ ਵਿੱਚ ਉਹਨਾਂ ਨੇ ਗੁਰੂ ਸ਼ਬਦ ਦੀ ਬਾਤ ਕੀਤੀ, ਸਤਿਗੁਰੂ ਜੀ ਕੀ ਬਖਸ਼ਿਸ਼ ਦੀ ਬਾਤ ਕੀਤੀ, ਰਹਿਮਤ ਦੀ ਬਾਤ ਕੀਤੀ ਕਿ ਕਿਵੇਂ ਗੁਰੂ ਕਿਰਪਾ ਕਰਦਿਆਂ ਹੋਇਆਂ ਅਕਾਲ ਪੁਰਖ ਪਰਮੇਸ਼ਵਰ ਜੀ ਦੇ ਨਾਲ ਸਾਡਾ ਮਿਲਾਪ ਮੇਲ ਕਰਵਾਉਂਦੇ ਨੇ ਔਰ ਕਿਵੇਂ ਜੀਵ ਉਸ ਅਕਾਲ ਪੁਰਖ ਪਰਮੇਸ਼ਵਰ ਨੂੰ ਸਭਨਾਂ ਦੇ ਅੰਦਰ ਵੱਸਦਾ ਹੋਇਆ ਵੇਖਦਾ ਹੈ, ਉਹਦੀ ਜੋਤ ਨੂੰ ਮਹਿਸੂਸ ਕਰਦਾ ਹੈ। ਔਰ ਰਹਾਉ ਦੀ ਪੰਕਤੀ ਦੇ ਵਿੱਚ ਮਾਲਕ ਪਾਤਸ਼ਾਹ ਨੇ ਸੱਚੇ ਦੇ ਗੁਣਾਂ ਨੂੰ ਗਾਉਣ ਦਾ ਜ਼ਿਕਰ ਕੀਤਾ, ਜਿਹਨੂੰ ਇਸ ਤਰ੍ਹਾਂ ਵੀ ਕਹਿ ਲਈਏ ਵੀ ਗੁਰੂ ਉਪਦੇਸ਼ ਸਦਕਾ
ਗੁਰੂ ਜੀ ਕੇ ਗਿਆਨ ਸਦਕਾ ਜੀਵ ਨੂੰ ਉਸ ਸੱਚੇ ਦੇ ਗੁਣ ਗਾਉਣ ਦੀ ਜਾਚ ਆ ਜਾਂਦੀ ਹੈ ਤੇ ਮਾਲਕ ਜੀ ਉਸ ਸੱਚੇ ਦੇ ਗੁਣਾਂ ਨੂੰ ਗਾਉਣ ਦਾ ਜ਼ਿਕਰ ਵੀ ਅੱਜ ਇਸ ਪਾਵਨ ਸ਼ਬਦ ਵਿੱਚ ਕਰ ਰਹੇ ਨੇ। ਕਿ ਰਹਾਉ ਦੀ ਪੰਕਤੀ ਵਿੱਚ ਜਿਹੜਾ ਜ਼ਿਕਰ ਕੀਤਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਵੀ ਮੈਂ ਕੁਰਬਾਨ ਜਾਨਾ ਆ, ਉਹਨਾਂ ਜੀਵਾਂ ਤੋਂ ਆਪਣੀ ਜਿੰਦ ਕਰਕੇ ਕੁਰਬਾਨ ਜਾਨਾ ਜਿਹੜੇ ਜੀਵ ਸੱਚੇ ਦੇ ਗੁਣਾਂ ਨੂੰ ਗਾਉਂਦੇ ਨੇ। ਮਤਲਬ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਵਡਿਆਈ ਕਰਦੇ ਨੇ, ਉਹਦੀ ਸ਼ੋਭਾ ਨੂੰ ਗਾਉਂਦੇ ਨੇ। ਤੇ ਨਾਲ ਗੁਰੂ ਸਾਹਿਬ ਕਹਿੰਦੇ ਫਿਰ ਗੁਰੂ ਤੋਂ ਬਿਨਾਂ ਕਿਸੇ ਨੂੰ ਸਹਿਜ ਨਹੀਂ ਮਿਲਿਆ, ਗੁਰੂ ਤੋਂ ਬਿਨਾਂ ਕੋਈ ਅਡੋਲ ਅਵਸਥਾ ਦਾ ਪਾਤਰ ਨਹੀਂ ਬਣਿਆ, ਔਰ ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ ਉਹ ਸਹਿਜ ਦਾ ਪਾਤਰ ਬਣ ਜਾਂਦਾ ਹੈ। ਜਿਵੇਂ ਆਪਾਂ ਮਾਲਕ ਪਾਤਸ਼ਾਹ ਧੰਨ ਗੁਰੂ ਅਮਰਦਾਸ ਸਾਹਿਬ ਜੀ ਕੀ ਪਾਵਨ ਬਾਣੀ ਪੜ੍ਹਦੇ ਹਾਂ, ਸਤਿਗੁਰੂ ਜੀ ਨੇ ਆਨੰਦ ਸਾਹਿਬ ਜੀ ਕੀ ਪਾਵਨ ਬਾਣੀ 'ਚ ਜ਼ਿਕਰ ਕੀਤਾ, ਸਿਮਰਿਤ ਸ਼ਾਸਤ ਪੁਨ ਪਾਪ ਵਿਚਾਰ ਦੇ ਤਤੈ ਸਾਰ ਨਾ ਜਾਣੀ। ਧਾਰਮਿਕ ਗ੍ਰੰਥ ਨੇ, ਧਾਰਮਿਕ ਗ੍ਰੰਥ ਨੂੰ ਧਾਰਮਿਕ ਗ੍ਰੰਥ ਇਸ ਕਰਕੇ ਕਿਹਾ ਜਾਂਦਾ ਹੈ ਕਿਉਂਕਿ ਉਹਦੇ ਵਿੱਚੋਂ ਸਾਨੂੰ ਧਰਮ ਦੀ ਵਿਚਾਰ ਮਿਲਦੀ ਹੈ, ਇਸ ਕਰਕੇ ਉਹਨੂੰ ਧਾਰਮਿਕ ਗ੍ਰੰਥ ਕਿਹਾ ਜਾਂਦਾ ਹੈ। ਜਿਹੜੇ ਗ੍ਰੰਥ ਵਿੱਚੋਂ ਸਾਨੂੰ ਧਰਮ ਦੀ ਵਿਚਾਰ ਨਾ ਮਿਲੇਗੀ ਅਸੀਂ ਉਹਨੂੰ ਧਾਰਮਿਕ ਗ੍ਰੰਥ ਨਹੀਂ ਕਹਿ ਸਕਦੇ। ਚਾਹੇ ਉਹ ਕੋਈ ਹੋਵੇ, ਉਹਨੂੰ ਕੋਈ ਕਿਤਾਬ ਦਾ ਨਾਮ ਜਾਂ ਕਿਸੇ ਹੋਰ ਪੱਖ ਤੋਂ ਜ਼ਿਕਰ ਤੇ ਕੀਤਾ ਜਾ ਸਕਦਾ, ਪਰ ਉਹਨੂੰ ਅਸੀਂ ਧਾਰਮਿਕ ਗ੍ਰੰਥ ਕਹਿ ਕੇ ਸੰਬੋਧਨ ਨਹੀਂ ਕਰ ਸਕਦੇ ਜਿਹਦੇ ਚੋਂ ਧਰਮ ਦੀ ਵਿਚਾਰ ਸਾਨੂੰ ਨਹੀਂ ਮਿਲੇ। ਔਰ ਧਰਮ ਦੀ ਵਿਚਾਰ ਸਿਰਫ ਇੰਨੀ ਨਹੀਂ ਹੈ ਵੀ ਪੁੰਨ ਕੀ ਹੈ ਤੇ ਪਾਪ ਕੀ ਹੈ, ਇਹ ਧਰਮ ਦੀ ਵਿਚਾਰ ਇੰਨੀ ਨਹੀਂ ਹੈ। ਪਰ ਅਸੀਂ ਜਦੋਂ ਧਰਮ ਦੀ ਪਰਿਭਾਸ਼ਾ ਦਿੱਤੀ, ਧਰਮ ਦੀ ਗੱਲ ਕੀਤੀ, ਤੇ ਅਸੀਂ ਸਿਰਫ ਇੱਥੋਂ ਤੱਕ ਹੀ ਰਹਿ ਗਏ, ਪੁੰਨ ਕੀ ਹੈ ਤੇ ਪਾਪ ਕੀ ਹੈ। ਨਾ ਇਹ ਤੂੰ ਗਾਂ ਸੋਚ ਸਕੇ, ਨਾ ਕਿਸੇ ਨੂੰ ਸੋਚਣ ਦਿੱਤਾ, ਸਿਰਫ ਇੱਥੋਂ ਤੱਕ ਹੀ ਸੀਮਤ ਰਹਿ ਗਏ ਨਾ ਵੀ ਆਹ ਕੰਮ ਕਰਾਂਗੇ ਤੇ ਪੁੰਨ ਲੱਗੇਗਾ, ਜੇ ਕਿਤੇ ਇਹ ਕੰਮ ਨਾ ਕੀਤਾ ਤੇ ਤੁਸੀਂ ਪਾਪੀ ਬਣ ਜਾਣਾ। ਇਦੋਂ ਅਗਾਂਹ ਦੀ ਤੇ ਬਾਤ ਹੀ ਨਹੀਂ ਕੀਤੀ ਅਸੀਂ। ਧੰਨ ਗੁਰੂ ਅਮਰਦਾਸ ਪਾਤਸ਼ਾਹ ਕਹਿੰਦੇ ਸਿਮਰਿਤ ਸ਼ਾਸਤ ਪੁੰਨ ਪਾਪ ਵਿਚਾਰ ਦੇ। ਹੁਣ ਇੱਥੇ ਇਹ ਨਹੀਂ ਵੀ ਧਾਰਮਿਕ ਗ੍ਰੰਥ ਪੁੰਨ ਪਾਪ ਦੀ ਵਿਚਾਰ ਕਰ ਰਹੇ, ਨਹੀਂ, ਧਾਰਮਿਕ ਗ੍ਰੰਥਾਂ ਨੂੰ ਪੜ੍ਹਨ ਵਾਲੇ ਇੱਥੋਂ ਤੱਕ ਸੀਮਤ ਨੇ। ਤਤੈ ਸਾਰ ਨਾ ਜਾਣੀ, ਜਿਹੜੀ ਵਿੱਚ ਵਿਚਾਰ ਸੀ, ਜਿਹੜਾ ਨਤੀਜਾ ਸੀ, ਜਿਹੜਾ ਤੱਤ ਸੀ, ਉਹਦੀ ਸਾਰ ਨੂੰ ਨਹੀਂ ਸਮਝਿਆ। ਤਤੈ ਸਾਰ ਨਾ ਜਾਣੀ ਗੁਰੂ ਬਾਝੋਂ, ਤਤੈ ਸਾਰ ਨਾ ਜਾਣੀ ਤਹੀਂ ਗੁਣੀ ਸੰਸਾਰ ਭ੍ਰਮ ਸੁੱਤਾ, ਸੁੱਤਿਆਂ ਰਹਿਣ ਵਿਹਾਣੀ। ਸਤਿਗੁਰੂ ਜੀ ਅੱਜ ਕਹਿ ਰਹੇ ਨੇ, ਕਹਿੰਦੇ ਵੀ ਮੈਂ ਉਹਨਾਂ ਤੋਂ ਕੁਰਬਾਨ ਜਾਨਾ ਭਾਈ ਜਿਹੜੇ ਸੱਚੇ ਦੇ ਗੁਣਾਂ ਨੂੰ ਗਾਉਣ ਵਾਲੇ ਨੇ। ਸੱਚੇ ਦੇ ਗੁਣਾਂ ਨੂੰ ਗਾਉਣਾ ਭਾਵ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਸ਼ੋਭਾ ਨੂੰ ਕਰਨਾ, ਜਿਹਨੂੰ ਆਪਾਂ ਸਤਿਗੁਰੂ ਜੀ ਕੀ ਪਾਵਨ ਬਾਣੀ 'ਚ ਪੜ੍ਹਦੇ ਹਾਂ। ਇਹ ਸੋਹਿਲਾ ਸ਼ਬਦੋ ਸੁਹਾਵਾ, ਸ਼ਬਦੋ ਸੁਹਾਵਾ ਸਦਾ ਸੋਹਿਲਾ ਸਤਿਗੁਰੂ ਸੁਣਾਇਆ, ਇਹ ਤਿਨਕੈ ਮਨ ਵਸਿਆ ਜਿਨ ਧੁਰੋਂ ਲਿਖਿਆ ਆਇਆ। ਸੱਚੇ ਦੇ ਗੁਣਾਂ ਨੂੰ ਗਾਉਣ ਦੇ ਨਾਲ ਨਾਲ ਬਾਝ ਗੁਰੂ ਕੋ ਸਹਿਜ ਨਾ ਪਾਏ। ਸਹਿਜ ਤੋਂ ਭਾਵ ਅਸੀਂ ਅਡੋਲ ਅਵਸਥਾ ਕਹਿ ਲਈਏ, ਧੀਰਜ ਕਹਿ ਲਈਏ, ਸਬਰ ਕਹਿ ਲਈਏ, ਟਕਾ। ਅੱਜ ਦੀ ਮਨੁੱਖਾ ਜ਼ਿੰਦਗੀ ਵਿੱਚੋਂ ਇਹ ਚੀਜ਼ ਲੱਭਣੀ ਬੜੀ ਮੁਸ਼ਕਲ ਹੋ ਚੁੱਕੀ। ਇੱਕ ਨਾ ਜਦੋਂ ਬਜ਼ੁਰਗ ਸਿੱਖਿਆ ਦਿੰਦੇ ਤੇ ਇੱਕ ਲਫ਼ਜ਼ ਵਰਤਦੇ ਵੀ ਅੱਜ ਦੇ ਮਨੁੱਖ ਦੀ ਹਾਲਤ ਹੈ, ਉਹ ਕਹਿੰਦਾ ਵੀ ਮੈਨੂੰ ਸਹਿਜ ਦਿਓ, ਮੈਨੂੰ ਧੀਰਜ ਦਿਓ, ਪਰ ਕਾਹਲੀ ਨਾਲ ਦਿਓ। ਵੀ ਮੈਂ ਸਹਿਜ ਤੇ ਚਾਹੁੰਨਾ ਪਰ ਛੇਤੀ ਚਾਹੁੰਨਾ, ਧੀਰਜ ਚਾਹੁੰਨਾ ਪਰ ਜਲਦੀ ਚਾਹੁੰਨਾ ਆ।
ਹੁਣ ਸਹਿਜ ਹੈ, ਪਰ ਆਸ ਅਸੀਂ ਸਹਿਜ ਤੋਂ ਵੀ ਜਲਦੀ ਦੀ ਲਾ ਕੇ ਬੈਠੇ ਹਾਂ। ਔਰ ਅੱਜ ਦੇ ਮਨੁੱਖਾ ਜੀਵਨ ਵਿੱਚੋਂ ਸਹਿਜ ਲੱਭਣਾ, ਧੀਰਜ ਲੱਭਣਾ, ਟਿਕਾ ਲੱਭਣਾ, ਜੇ ਕਹਿ ਲਈਏ ਨਾ ਇੰਪੋਸੀਬਲ ਹੁੰਦਾ ਜਾ ਰਿਹਾ, ਤੇ ਕੋਈ ਅਤਕਥਨੀ ਨਹੀਂ ਹੈ। ਹਰ ਬੰਦਾ ਤੇ ਹਫੜਾ ਦਫੜੀ ਵਿੱਚ ਬੈਠਾ, ਸਹਿਜ ਕਿੱਥੇ ਹੈ? ਕੋਈ ਟਾਵਾਂ ਕੋਈ ਵਿਰਲਾ, ਜਿਵੇਂ ਕਦੇ ਸਾਹਿਬ ਨੇ ਕਿਹਾ ਨਾ, ਹੈਨ ਵਿਰਲੇ ਨਾਹੀਂ ਘਣੇ ਫੈਲ ਫੱਕੜ ਸੰਸਾਰ। ਔਰ ਅੱਜ ਸੱਚਮੁੱਚ ਨਜ਼ਰ ਹੀ ਆਉਂਦਾ ਵੀ ਜਿਹੜੇ ਸਹਿਜ ਦੇ ਪਾਤਰ ਨੇ ਜਾਂ ਸਹਿਜ ਦੇ ਮਾਲਕ ਨੇ, ਉਹ ਸੱਚਮੁੱਚ ਕੋਈ ਵਿਰਲਾ ਟਾਵਾਂ ਹੀ ਹੈ ਜਿਨ੍ਹਾਂ ਕੋਲ ਟਿਕਾ ਹੈ। ਨਹੀਂ ਤੇ ਹਫੜਾ ਦਫੜੀ ਹੋਈ ਤੁਰੀ ਫਿਰਦੀ, ਸਾਰਾ ਸੰਸਾਰ ਹੀ ਇੱਥੇ ਕ ਭੱਜਿਆ ਫਿਰਦਾ। ਤੇ ਬੰਦਾ ਜ਼ਿੰਦਗੀ 'ਚ ਸਹਿਜ ਲੈ ਕੇ ਆਉਣਾ ਚਾਹੁੰਦਾ ਹੈ ਤੇ ਕਹਿੰਦਾ ਵੀ ਸਹਿਜ ਆਏਗਾ, ਪਰ ਹਫੜਾ ਦਫੜੀ ਨਾਲ ਆਏਗਾ। ਇਹ ਕਿਵੇਂ ਹੋ ਸਕਦਾ? ਜਿੰਨੀ ਦੌੜ ਭੱਜ ਕਰਾਂਗੇ, ਸਹਿਜ ਆਏਗਾ ਕਿ ਗਵਾਚੇਗਾ? ਚਾਹੀਦਾ ਤੇ ਇਹ ਸੀ ਵੀ ਹੌਲੀ ਹੌਲੀ ਜੀਵਨ ਅੰਦਰ ਟਿਕਾ ਆਈ ਜਾਂਦਾ, ਹੌਲੀ ਹੌਲੀ ਜੀਵਨ ਅੰਦਰ ਸਬਰ ਆਉਂਦਾ, ਤੇ ਅਸੀਂ ਕਹਿੰਦੇ ਭਾਈ ਉਮੀਦ ਲਾ ਲੈਂਦੇ ਵੀ ਸਹਿਜ ਆਵੇਗਾ। ਪਰ ਜਿਵੇਂ ਜਿਵੇਂ ਸਾਡੇ ਜੀਵਨ ਦੇ ਅੰਦਰ ਅਸੀਂ ਕਿਸੇ ਮੁਕਾਮ ਵਾਲੇ ਪਾਸੇ, ਮੰਜ਼ਿਲ ਵਾਲੇ ਪਾਸੇ ਤੁਰਦੇ ਹਾਂ, ਉਵੇਂ ਉਵੇਂ ਸਹਿਜ ਆਉਣ ਦੀ ਬਜਾਏ ਸਾਡੇ ਜੀਵਨ ਦੀ ਦੌੜ ਭੱਜ ਵੱਧ ਰਹੀ ਹੈ। ਤੇ ਆਸ ਕਾਹਦੀ ਲਾ ਕੇ ਬੈਠੇ ਹਾਂ? ਸਹਿਜ ਦੀ, ਵੀ ਮਿਲੇਗਾ ਭਾਈ। ਇਹ ਤੇ ਉਹ ਹਾਲਾਤ ਹੈ ਵੀ ਇਨਸਾਨ ਸਾਰਾ ਦਿਨ ਭੱਜਿਆ ਫਿਰਦਾ ਹੈ, ਤੇ ਭੱਜਿਆ ਫਿਰਦਾ ਹੋਇਆ ਕਹਿੰਦਾ ਵੀ ਮੈਂ ਟਿਕਾ ਲੱਭ ਰਿਹਾ। ਟਿਕਾ ਲੱਭਣ ਵਾਸਤੇ ਟਿਕਣਾ ਪੈਂਦਾ ਹੈ। ਦੌੜ ਕੇ ਭੱਜ ਕੇ ਕਦੇ ਟਿਕਾ ਨਹੀਂ ਲੱਭਿਆ। ਜੇ ਅਸੀਂ ਰੈਸਟ ਕਰਨੀ ਹੈ, ਅਸੀਂ ਆਰਾਮ ਕਰਨਾ, ਤੇ ਸਾਨੂੰ ਟਿਕਣਾ ਪਏਗਾ। ਆਰਾਮ ਕਰਨ ਦੇ ਲਈ ਹਫੜਾ ਦਫੜੀ ਦੀ ਲੋੜ ਨਹੀਂ ਹੁੰਦੀ, ਦੌੜ ਭੱਜ ਦੀ ਜ਼ਰੂਰਤ ਨਹੀਂ ਹੈ। ਤੇ ਅੱਜ ਦਾ ਇਨਸਾਨ ਕਹਿੰਦਾ ਵੀ ਮੈਂ ਦੌੜਦਾ ਭੱਜਦਾ ਹੀ ਆਰਾਮ ਕਰ ਲਾਂ, ਇਦਾਂ ਹੀ ਰੈਸਟ ਮਿਲ ਜਾਏ, ਮੈਨੂੰ ਟਿਕ ਕੇ ਬਹਿਣਾ ਨਾ ਪਏ ਆਰਾਮ ਕਰਨ ਵਾਸਤੇ। ਬਸ ਇਹੀ ਹਾਲਾਤ ਸਹਿਜ ਵਾਲੇ ਪਾਸੇ ਨੇ। ਸਾਹਿਬ ਕਹਿੰਦੇ ਕਿ ਬਾਝ ਗੁਰੂ ਕੋ ਸਹਿਜ ਨਾ ਪਾਏ, ਗੁਰੂ ਤੋਂ ਬਿਨਾਂ ਕਿਸੇ ਨੂੰ ਸਹਿਜ ਨਹੀਂ ਮਿਲਿਆ। ਗੁਰਮੁਖ ਸਹਿਜ ਸਮਾਵਣਿਆ, ਪਰ ਜਿਹੜਾ ਗੁਰੂ ਵਾਲਾ ਬਣ ਜਾਂਦਾ ਹੈ, ਉਹ ਜੀਵ ਸਹਿਜ ਦੇ ਅੰਦਰ ਸਮਾ ਜਾਂਦਾ ਹੈ, ਧੀਰਜ ਦੇ ਅੰਦਰ ਟਿਕ ਜਾਂਦਾ ਹੈ, ਜਾਂ ਉਹਦੇ ਜੀਵਨ ਅੰਦਰ ਟਿਕਾ ਅਡੋਲ ਅਵਸਥਾ ਆ ਜਾਂਦੀ ਹੈ। ਸਹਿਜ ਅਵਸਥਾ ਦਾ ਉਹ ਜੀਵ ਪਾਤਰ ਬਣਦਾ ਹੈ। ਪਰ ਜਿਹੜਾ ਗੁਰੂ ਵਾਲਾ ਬਣ ਜਾਏ, ਗੁਰਮੁਖ ਮਤਲਬ ਗੁਰੂ ਵਾਲਾ, ਜਾਂ ਗੁਰਮੁਖ ਦਾ ਅਰਥ ਕਰ ਲਈਏ ਗੁਰੂ ਦੇ ਰਾਹੀਂ ਜੀਵ ਸਹਿਜ ਅਵਸਥਾ ਦੇ ਅੰਦਰ ਸਮਾ ਜਾਂਦਾ ਹੈ। ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਦਿਖਾਏ ਸਤਿਗੁਰ ਪੂਰਾ। ਆਪੇ ਫਰਕ ਕੀਤੋ ਨ ਘਟ ਅੰਤਰ, ਆਪੇ ਬਣਤ ਬਣਾਵਣਿਆ। ਗੁਰੂ ਅਮਰਦਾਸ ਨੇ ਬੜੀ ਪਿਆਰੀ ਬਾਤ ਕੀਤੀ। ਮਾਲਕ ਕਹਿੰਦੇ ਵੀ ਜਦੋਂ ਸਾਰੇ ਸੰਸਾਰ ਦੇ ਅੰਦਰ ਵੇਖਿਆ ਨਾ, ਤੇ ਤਕਰੀਬਨ ਹਰ ਮਨੁੱਖ ਦੀ ਜ਼ੁਬਾਨ ਤੇ ਇਹ ਗੱਲ ਹੈ ਵੀ ਰੱਬ ਸਾਰਿਆਂ 'ਚ ਵੱਸਦਾ ਹੈ। ਪਰ ਜਿੰਨਾ ਸੌਖਾ ਜ਼ੁਬਾਨ ਨਾਲ ਕਹਿਣਾ ਨਾ ਰੱਬ ਸਾਰਿਆਂ 'ਚ ਵੱਸਦਾ ਹੈ, ਆਪਣੀ ਜ਼ਿੰਦਗੀ ਅੰਦਰ ਇਸ ਗੱਲ ਨੂੰ ਮਹਿਸੂਸ ਕਰਨਾ, ਅਨੁਭਵ ਕਰਨਾ ਓਨਾ ਹੀ ਔਖਾ ਹੈ। ਬੜੀ ਆਸਾਨੀ ਨਾਲ ਅਸੀਂ ਕਹਿ ਦਿੰਦੇ ਹਾਂ ਜੀ ਨੀਵਿਆਂ ਵਿੱਚ ਵੀ ਰੱਬ ਵੱਸਦਾ, ਉੱਚਿਆਂ ਵਿੱਚ ਵੀ ਰੱਬ ਵੱਸਦਾ, ਮੇਰੇ ਵਿੱਚ ਵੀ ਰੱਬ ਵੱਸਦਾ, ਇਹਨਾਂ ਵਿੱਚ ਵੀ ਰੱਬ, ਸਾਰਿਆਂ ਵਿੱਚ ਰੱਬ ਹੀ ਵੱਸਦਾ। ਬੜਾ ਸੌਖਾ ਇਹ ਗੱਲ ਕਹਿਣੀ। ਸਾਹਿਬ ਜੀ ਨੇ ਵੀ ਕਿਹਾ, ਕਹਿੰਦੇ ਏਕ ਜੋਤ, ਏਕਾ ਜੋਤ ਜੋਤ ਹੈ ਸਰੀਰਾ। ਇੱਕੋ ਜੋਤ ਹੈ ਜਿਹੜੀ ਸਾਰੇ ਦੇ ਸਾਰੇ ਸਰੀਰਾਂ ਦੇ ਵਿੱਚ ਸ਼ੋਭਾਏਮਾਨ ਹੈ। ਹੁਣ ਉਹ ਜੋਤ, ਜਿਵੇਂ ਆਪਾਂ ਬਾਬਾ ਕਬੀਰ ਸਾਹਿਬ ਜੀ ਦੀ ਪਾਵਨ ਬਾਣੀ ਪੜ੍ਹਦੇ, ਮਾਲਕ ਜੀ ਕਹਿੰਦੇ ਅਵਲ ਅੱਲਾਹ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਬੜੇ ਅਦਭੁਤ ਜੇ ਵਿਚਾਰ ਗੁਰੂ ਬਾਬਾ ਕਬੀਰ ਸਾਹਿਬ ਰੱਖ ਰਹੇ। ਕਹਿੰਦੇ ਵੀ ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ।
ਪਰ ਸਾਡਾ ਤੇ ਜ਼ੋਰ ਹੀ ਇੱਥੇ ਲੱਗਾ, ਮੈਂ ਮੰਦੇ ਵੀ ਲੱਭ ਲਾਂ ਤੇ ਮੈਂ ਭਲੇ ਵੀ ਲੱਭ ਲਾਂ, ਵੀ ਮੈਂ ਭਲਾ ਆ ਬਾਕੀ ਸਾਰੇ ਮੰਦੇ ਨੇ। ਹੁਣ ਲੋਗਾ ਭਰਮ ਨਾ ਭੂਲੋ ਭਾਈ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਖਿਓ ਸਰਬ ਠਾਈ। ਭਾਈ ਲੋਕੋ ਭਰਮ ਦੇ ਵਿੱਚ ਭੁੱਲਿਓ ਨਾ, ਖਾਲਕ ਖਲਕ ਖਲਕ ਮੈਂ ਖਾਲਕ ਪੂਰ ਰਖਿਓ ਸਰਬ ਠਾਈ। ਸਾਰੀਆਂ ਥਾਵਾਂ ਤੇ ਉਹ ਪੂਰਿਆ ਹੋਇਆ। ਫਿਰ ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੈ ਨਾ ਕਛ ਪੋਚ। ਮਾਟੀ ਕੈ ਭਾਂਡੈ ਨਾ ਕਛ ਪੋਚ ਕੁੰਭਾਰੈ। ਅਸੀਂ ਕਿੱਥੇ ਖੜੇ? ਬਾਪੂ ਜੀ ਕਹਿੰਦੇ ਸਭੈ ਘਟ ਰਾਮ ਬੋਲੇ, ਰਾਮਾ ਬੋਲੇ ਰਾਮ ਬਿਨਾ ਕੋ ਬੋਲੇ ਰੇ। ਜਾਂ ਧੰਨ ਗੁਰੂ ਨਾਨਕ ਸਾਹਿਬ ਕਹਿੰਦੇ ਸਭ ਮੈਂ ਜੋਤ ਜੋਤ ਖੈ ਸੋਏ, ਤਿਸ ਦੇ ਚਾਨਣ ਸਭ ਮੈਂ ਚਾਨਣ ਹੋਏ। ਪਰ ਉਹਨਾਂ ਨੇ ਜਿਹੜੀ ਕੰਡੀਸ਼ਨ ਅੱਗੇ ਰੱਖੀ ਨਾ, ਅਸੀਂ ਸ਼ਾਇਦ ਉਹਦੇ ਤੋਂ ਵੀ ਆਪ ਹੀ ਮੁਨਕਰ। ਗੁਰਸਾਖੀ ਜੋਤ ਪ੍ਰਗਟ ਹੋਏ। ਗੁਰੂ ਦੀ ਸਿੱਖਿਆ ਵੱਲ ਤੇ ਅਸੀਂ ਤੁਰੇ ਹੀ ਨਹੀਂ। ਗੁਰਸਾਖੀ ਮਤਲਬ ਗੁਰੂ ਦੀ ਸਿੱਖਿਆ। ਸਾਹਿਬ ਕਹਿੰਦੇ ਜੋਤ ਭਾਵੇਂ ਸਭਨਾ ਵਿੱਚ ਹੈ, ਉਹ ਪਰਮੇਸ਼ਵਰ ਸਭਨਾ ਵਿੱਚ ਬੈਠਾ ਹੈ, ਉਹਦੀ ਜੋਤ ਸਭਨਾ ਵਿੱਚ ਵਰਕ ਕੰਮ ਕਰ ਰਹੀ ਹੈ, ਸਾਰਿਆਂ ਦੇ ਅੰਦਰ ਉਸੇ ਦੀ ਜੋਤ ਸੁਭਾਇਮਾਨ। ਪਰ ਇਸ ਚੀਜ਼ ਦਾ ਪ੍ਰਗਟਾਵਾ ਉਦੋਂ ਹੁੰਦਾ ਜਦੋਂ ਜੀਵ ਗੁਰੂ ਕੀ ਸਿੱਖਿਆ ਦਾ ਪਾਤਰ ਬਣਦਾ। ਗੁਰਸਾਖੀ ਜੋਤ ਪ੍ਰਗਟ ਹੋਏ, ਜੋ ਤਿਸ ਭਾਵੈ ਸੋ ਆਰਤੀ ਹੋਏ। ਜੋਤ ਇੱਕ ਹੈ, ਸਭਨਾ ਦੇ ਵਿੱਚ ਉਹੀ ਹੈ, ਕੋਈ ਵੱਖਰੀ ਨਹੀਂ, ਕੋਈ ਅਲੱਗ ਨਹੀਂ। ਜਿਵੇਂ ਆਪਾਂ ਕਹਿ ਲਈਏ ਅੱਗ ਦੀ ਲਾਟ ਹੈ, ਅੱਗ ਦੀ ਲਾਟ ਨੇ ਇੱਕੋ ਜਿਹਾ ਹੀ ਰਹਿਣਾ, ਉਹਨੇ ਬਦਲਣਾ ਨਹੀਂ, ਤਬਦੀਲ ਨਹੀਂ ਹੋਣਾ, ਉਹਨੇ ਉਸੇ ਤਰ੍ਹਾਂ ਹੀ ਰਹਿਣਾ। ਜੋਤ ਤੋਂ ਭਾਵ ਵੀ ਅਕਾਲ ਪੁਰਖ ਪਰਮੇਸ਼ਵਰ ਦਾ ਸਰੂਪ, ਉਹਦੀ ਸੱਤਾ, ਉਹਦੀ ਤਾਕਤ, ਚਾਹੇ ਕਿਸੇ ਵੱਡੇ ਵਿੱਚ ਹੈ ਤੇ ਭਾਵੇਂ ਛੋਟੇ ਵਿੱਚ ਹੈ, ਇੱਕੋ ਜਿੰਨੀ ਹੈ। ਅਮੀਰ ਵਿੱਚ ਵੀ ਉਹ ਓਨਾ ਕੀ ਬੈਠਾ ਤੇ ਗਰੀਬ ਵਿੱਚ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਜੀ ਨੇ ਆਪਣਾ ਆਪਾ ਉਹਨਾਂ ਕੀ ਟਕਾਇਆ। ਜਿਵੇਂ ਆਪਾਂ ਗੁਰੂ ਕਲਗੀਧਰ ਸਾਹਿਬ ਨੂੰ ਪੜ੍ਹਦੇ ਹਾਂ ਤੇ ਮਾਲਕ ਜੀ ਕਹਿੰਦੇ ਚੀਟੀ ਤੇ ਕੁੰਚਰ ਅਸਥੂਲਾ। ਕੀੜੀ ਵਿੱਚ ਵੀ ਬੈਠਾ ਤੇ ਉਹ ਕੁੰਚਰ ਹਾਥੀ ਵਿੱਚ ਵੀ ਬੈਠਾ। ਹੁਣ ਇਹ ਤੇ ਹੈ ਨਹੀਂ ਵੀ ਕੀੜੀ ਦੇ ਵਿੱਚ ਉਹ ਨਿੱਕਾ ਜਿਹਾ ਬੈਠਾ ਤੇ ਹਾਥੀ 'ਚ ਬੜਾ ਵੱਡਾ ਹੋ ਕੇ ਬਹਿਣਾ ਪਿਆ। ਜੋਤ ਹੈ, ਕੰਮ ਕਰ ਰਹੀ ਹੈ। ਇੱਕ ਬਾਲਕ ਦੇ ਅੰਦਰ ਵੀ ਉਹੀ ਹੈ, ਇੱਕ ਬਜ਼ੁਰਗ ਦੇ ਅੰਦਰ ਵੀ ਉਹੀ ਹੈ। ਇੱਕ ਨੌਜਵਾਨ ਤਰੁਣ ਅਵਸਥਾ ਵਿੱਚ ਬੈਠਾ ਜਿਹੜਾ ਇਨਸਾਨ ਹੈ, ਉਹਦੇ ਵਿੱਚ ਵੀ ਉਹੀ ਜੋਤ ਕੰਮ ਕਰ ਰਹੀ। ਵੱਖਰਾ ਤੇ ਨਹੀਂ ਹੈ ਨਾ ਕੁਛ। ਉਸੇ ਅਕਾਲ ਨੇ ਆਪਣਾ ਆਪਾ ਸਭਨਾ ਵਿੱਚ ਟਿਕਾਇਆ। ਪਰ ਸਾਹਿਬ ਕਹਿੰਦੇ ਵੀ ਹੁਣ ਇਸ ਜੋਤ ਨੂੰ ਮਹਿਸੂਸ ਜਦੋਂ ਕਰਨ ਦੀ ਵਾਰੀ ਆਈ ਤੇ ਕੀ ਅਸੀਂ ਆਪਣੇ ਮਨਾਂ 'ਚ ਝਾਤ ਮਾਰ ਕੇ ਇਹ ਦਾਅਵਾ ਕਰਕੇ ਕਹਿ ਸਕਦੇ ਹਾਂ ਵੀ ਮੈਂ ਵੇਖਿਆ ਜੀ ਸਾਰਿਆਂ ਦੇ ਵਿੱਚ ਅਕਾਲ ਦੀ ਜੋਤ ਨੂੰ? ਜੇ ਸਭਨਾ ਵਿੱਚ ਅਕਾਲ ਦੀ ਜੋਤ ਵੇਖੀ ਹੁੰਦੀ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦਾ ਇਹ ਪਾਵਨ ਬਚਨ ਸਾਡੀਆਂ ਜ਼ਿੰਦਗੀਆਂ ਦਾ ਆਧਾਰ ਬਣ ਜਾਂਦਾ। ਭੈ ਕਾਹੂ ਕੋ ਦੇਤ ਨਹ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ ਗਿਆਨੀ ਤਾਹੇ। ਫਿਰ ਸਾਡੀ ਜ਼ਿੰਦਗੀ ਦਾ ਆਧਾਰ ਬਣ ਜਾਂਦਾ। ਜੇ ਸਭਨਾ ਵਿੱਚ ਜੋਤ ਵਸਦਿਆਂ ਨਜ਼ਰ ਆਉਂਦੀ, ਨਾ ਕਿਸੇ ਤੋਂ ਡਰਨ ਦੀ ਲੋੜ ਪੈਂਦੀ, ਨਾ ਕਿਸੇ ਨੂੰ ਡਰਾਉਣ ਦੀ ਜ਼ਰੂਰਤ ਪੈਂਦੀ। ਫਿਰ ਨਾ ਤੇ ਕਿਸੇ ਨਾਲ ਜਬਰੀ ਜ਼ੁਲਮ ਕਿਸੇ ਉੱਤੇ ਕਰਨ ਦੀ ਹਿੰਮਤ ਪੈਂਦੀ, ਬਲ ਪੈਂਦਾ, ਨਾ ਹੀ ਕਿਸੇ ਦੇ ਕੋਲੋਂ ਅਸੀਂ ਤਰਸ ਦੀ ਉਮੀਦ ਕਰਦੇ, ਕਿਉਂਕਿ ਅਕਾਲ ਪੁਰਖ ਪਰਮੇਸ਼ਵਰ ਤੇ ਸਦੀਵ ਤਰਸ ਦਾ ਹੀ ਮਾਲਕ ਹੈ। ਉਹ ਸਭਨਾ ਦੇ ਉੱਤੇ ਤਰਸ ਵਰਤਾ ਰਿਹਾ। ਜੇ ਸਭਨਾ ਵਿੱਚ ਉਹਦੀ ਵਸ ਦੀ ਜੋਤ ਦਿਸ ਜਾਏ ਤੇ ਫਿਰ ਸੰਸਾਰ ਉੱਪਰਲੇ ਵਿਤਕਰੇ, ਸੰਸਾਰ ਉੱਪਰਲੇ ਡਿਫਰੈਂਸਿਸ, ਜਿਹੜੀਆਂ ਭਿੰਨਤਾਵਾਂ ਅਸੀਂ ਪਾ ਕੇ ਬੈਠੇ ਆ, ਕੀ ਇਹ ਪੈਂਦੀਆਂ? ਜਿੰਨੇ ਸਾਰਿਆਂ 'ਚ ਜੋਤ ਵੇਖ ਲਈ, ਉਹ ਤੇ ਇਹੀ ਆਖਦੇ ਨੇ ਸਾਰੇ ਦੇ ਸਾਰੇ ਸਮਾਜ ਵਿੱਚ ਵਿਚਰਦਿਆਂ ਹੋਇਆਂ ਕਿ ਅਕਾਲ ਪੁਰਖ ਪਰਮੇਸ਼ਵਰ ਜੀਓ, ਅਸੀਂ ਜਿਸ ਪਾਸੇ ਝਾਤ ਮਾਰੀ ਉਸੇ ਪਾਸੇ ਤੁਸੀਂ ਸਾਨੂੰ ਵਿਖਾਈ ਦਿੱਤੇ। ਨਾ ਕੋਈ ਉੱਚਾ ਦੱਸਿਆ, ਨਾ ਕੋਈ ਨੀਵਾਂ ਦੱਸਿਆ, ਨਾ ਕੋਈ ਗਰੀਬ ਨਜ਼ਰੀ ਪਿਆ, ਨਾ ਕੋਈ ਅਮੀਰ ਨਜ਼ਰੀ ਪਿਆ। ਅਸੀਂ ਜਿਸ ਪਾਸੇ ਝਾਤ ਮਾਰੀ ਸਾਨੂੰ ਤੂੰ ਦਿਸਿਆ। ਜਿਨ੍ਹਾਂ ਨੇ ਮਹਿਸੂਸ ਕੀਤਾ, ਹੁਣ ਭਗਤ ਸਾਹਿਬਾਨ ਦਾ ਜੀਵਨ ਸਾਡੇ ਸਾਹਮਣੇ, 15 ਦੇ 15 ਭਗਤ ਸਾਹਿਬਾਨਾਂ ਦਾ ਜੀਵਨ। ਉਹਨਾਂ ਦੇ ਜੀਵਨ ਤੋਂ ਇਲਾਵਾ ਜੇ ਅਸੀਂ ਉਹਨਾਂ ਦੀ ਪਾਵਨ ਬਾਣੀ ਦਾ ਜ਼ਿਕਰ ਕਰਾਂਗੇ ਤੇ 15 ਦੇ 15 ਭਗਤ ਸਾਹਿਬਾਨਾਂ ਦੀ ਪਾਵਨ ਬਾਣੀ ਵਿੱਚੋਂ ਕੀ ਨਜ਼ਰੀ ਪੈਂਦਾ ਕਿ ਅਕਾਲ ਪੁਰਖ ਪਰਮੇਸ਼ਵਰ ਸਾਰਿਆਂ 'ਚ ਬੈਠਾ। ਉਹਨੇ ਕਿਸੇ ਤੋਂ ਆਪਣਾ ਆਪਾ ਛੁਪਾ ਕੇ ਨਹੀਂ ਰੱਖਿਆ।
ਤੇ ਫਿਰ 15 ਦੇ 15 ਭਗਤ ਸਾਹਿਬਾਨਾਂ ਦੇ ਵਿੱਚ ਹੁਣ ਕੁਝ ਕੁ ਭਗਤ ਸਾਹਿਬਾਨ ਐਸੇ ਨੇ ਜਿਨ੍ਹਾਂ ਨੂੰ ਸਮੇਂ ਅਨੁਸਾਰੀ ਤਸ਼ੱਦਦ ਦਿੱਤੇ ਗਏ, ਜਿਨ੍ਹਾਂ ਤੇ ਜ਼ੁਲਮ ਕੀਤੇ ਗਏ, ਉਹਨਾਂ ਤੇ ਤਸ਼ੱਦਦ ਕੀਤਾ ਜਾਂਦਾ ਹੈ, ਉਹਨਾਂ ਤੇ ਜ਼ੁਲਮ ਕੀਤਾ ਜਾਂਦਾ, ਅਤਿਆਚਾਰ ਕੀਤਾ ਜਾਂਦਾ, ਕਈ ਤਰ੍ਹਾਂ ਦੀਆਂ ਸਜ਼ਾਵਾਂ ਦਿੱਤੀਆਂ ਜਾ ਰਹੀਆਂ। ਪਰ ਉਹ ਸਜ਼ਾਵਾਂ, ਉਹ ਅਤਿਆਚਾਰ, ਉਹ ਤਸ਼ੱਦਦ ਉਹਨਾਂ ਦੇ ਮਨ ਅੰਦਰ ਡਰ ਜਾਂ ਉਹਨਾਂ ਦੇ ਮਨ ਅੰਦਰ ਖੌਫ ਨਹੀਂ ਪੈਦਾ ਕਰ ਸਕਿਆ। ਕਿਉਂ? ਇੱਕ ਬਾਤ ਉਹਨਾਂ ਦੇ ਜੀਵਨ ਅੰਦਰ ਵਸੀ ਹੋਈ ਹੈ ਕਿ ਅਕਾਲ ਪੁਰਖ ਪਰਮੇਸ਼ਵਰ ਜੀਓ, ਇਹ ਤੇਰੀ ਰਜ਼ਾ ਹੈ, ਇਹ ਤੇਰਾ ਹੁਕਮ ਹੈ, ਅਸੀਂ ਤੇਰੇ ਹੁਕਮ ਵਿੱਚ ਹਾਂ। ਤੇ ਰਹੀ ਬਾਤ ਜੇ ਕੋਈ ਰਾਜਾ ਅਤਿਆਚਾਰ ਕਰ ਰਿਹਾ, ਉਸ ਰਾਜੇ ਵਿੱਚ ਵੀ ਤੂੰ ਬੈਠਾ ਹੈ। ਜੇ ਕੋਈ ਰਾਜੇ ਦਾ ਅਹਿਲਕਾਰ ਜ਼ੁਲਮ ਕਰਨ ਲੱਗਾ ਤੇ ਉਸ ਅਹਿਲਕਾਰ ਵਿੱਚ ਵੀ ਤੂੰ ਬੈਠਾ। ਰੱਬ ਜੀ ਸਭਨਾਂ ਵਿੱਚ ਤੁਹਾਡਾ ਜਿਹੜਾ ਸਰੂਪ ਹੈ ਉਹ ਤੁਸੀਂ ਟਿਕਾਇਆ ਹੈ, ਪਰ ਇਹ ਚੀਜ਼ ਕਦੋਂ ਮਿਲਦੀ ਹੈ? ਸ਼ਬਦ ਦਿਖਾਏ ਸਤਿਗੁਰ ਪੂਰਾ। ਹੁਣ ਸ਼ਬਦ ਭਾਵ ਉਪਦੇਸ਼, ਗੁਰੂ ਦੇ ਉਪਦੇਸ਼ ਰਾਹੀਂ ਜੀਵ ਇਸ ਚੀਜ਼ ਨੂੰ ਮਹਿਸੂਸ ਕਰਦਾ, ਇਸ ਨੂੰ ਵੇਖਦਾ ਹੈ, ਫਿਰ ਆਪੇ ਫਰਕ ਕੀ ਤੋਨ ਘਟ ਅੰਤਰ। ਸਮਾਜ ਵਿੱਚ ਅੱਜ ਅਰਬਾਂ ਦੀ ਗਿਣਤੀ ਅੰਦਰ ਮਨੁੱਖ ਬੈਠੇ ਨੇ, ਔਰ ਵੇਖੋ ਅਰਬਾਂ ਦੀ ਗਿਣਤੀ ਵਿਚਲੇ ਮਨੁੱਖਾਂ ਦੇ ਸਰੂਪ ਮਿਲਣੇ ਤੇ ਬੜੀ ਦੂਰ ਦੀ ਗੱਲ ਹੈ। ਕਿਸੇ ਦੀ ਸ਼ਕਲ ਇੱਕ ਦੂਜੇ ਨਾਲ ਮਿਲਣੀ ਤੇ ਬੜੀ ਅਲੱਗ ਬਾਤ ਹੈ। ਸਾਡੇ ਜਿਹੜੇ ਅਸੀਂ ਆਪਣੀਆਂ ਰੇਖਾਵਾਂ ਕਹਿ ਲਈਏ ਕਿ ਰੂਪ ਤੇ ਫਿਰ ਵੀ ਕੁਆਂਟੀਟੀ ਵਿੱਚੋਂ ਘਟ ਜਾਂਦੇ ਨੇ ਰੇਖਾਵਾਂ ਦੇ ਨਾਲੋਂ। ਸਮਾਜ ਦਾ, ਮਨੁੱਖਾਂ ਦਾ ਮੰਨਣਾ ਹੈ ਜਿਹੜੀ ਚੀਜ਼ ਗਿਣਤੀ ਵਿੱਚ ਜ਼ਿਆਦਾ ਹੋਏਗੀ ਉਹਦੇ ਵਿੱਚ ਸਮਾਨਤਾ ਦੀਆਂ ਉਮੀਦਾਂ ਵੱਧ ਜਾਂਦੀਆਂ ਨੇ। ਜਿਹੜੀ ਚੀਜ਼ ਗਿਣਤੀ ਵਿੱਚ ਜ਼ਿਆਦਾ ਹੈ ਉਹਦੇ ਵਿੱਚ ਸਮਾਨਤਾ, ਬਰਾਬਰਤਾ ਦੀ ਉਮੀਦ ਵੱਧ ਜਾਂਦੀ ਹੈ ਵੀ ਇੱਕੋ ਜਿਹੀਆਂ ਹੋਣਗੀਆਂ। ਮਨੁੱਖ ਦੇ ਚਿਹਰਿਆਂ ਨਾਲੋਂ ਮਨੁੱਖਾਂ ਦੀਆਂ ਹੱਥਾਂ ਦੀਆਂ ਰੇਖਾਵਾਂ ਜ਼ਿਆਦੀਆਂ ਨੇ। ਪਰ ਇਸ ਚੀਜ਼ ਨੂੰ ਜੇ ਅੱਜ ਅਸੀਂ ਅਨੁਭਵ ਕਰੀਏ ਵੀ ਇੱਕ ਵੀ ਮਨੁੱਖ ਦੀ ਰੇਖਾ ਹੱਥਾਂ ਦੀ ਦੂਜੇ ਨਾਲ ਮਿਲਦੀ ਨਹੀਂ, ਕਾਰਨ ਫਿੰਗਰਪ੍ਰਿੰਟ ਲਏ ਜਾਂਦੇ ਨੇ, ਇੱਕ ਦਾ ਦੂਜੇ ਨਾਲ ਮੈਚ ਖਾਂਦਾ। ਅਸੀਂ ਦੂਰ ਕਿਉਂ ਜਾਣਾ? ਆਪਣੇ ਪਰਿਵਾਰ ਦੇ ਵਿੱਚ ਹੀ ਜੇ ਅਸੀਂ ਗੱਲ ਕਰਾਂਗੇ, ਜੇ ਪਰਿਵਾਰ ਦੇ 4-5 ਜੀ ਆ ਤੇ ਆਪਣੇ ਮੋਬਾਈਲ ਦੇ ਉੱਤੇ ਅਸੀਂ ਆਪਣਾ ਫਿੰਗਰਪ੍ਰਿੰਟ ਲਗਾ ਕੇ ਰੱਖਿਆ ਹੈ ਤੇ ਸਾਡੇ ਟੱਬਰ ਦੇ ਵਿੱਚੋਂ ਕੋਈ ਬੰਦਾ ਖੋਲ ਕੇ ਵਿਖਾ ਦੇਵੇ ਵੀ ਤੇਰਾ ਫਿੰਗਰਪ੍ਰਿੰਟ ਅਸੀਂ ਲਾ ਕੇ ਵਿਖਾਉਨੇ, ਲੱਗ ਜਾਏਗਾ। ਸਾਹਿਬ ਨੇ ਬੜਾ ਪਿਆਰਾ ਜ਼ਿਕਰ ਕੀਤਾ, ਕਹਿੰਦੇ ਆਪੇ ਫਰਕ ਕੀ ਤੋਨ। ਬਣਾਇਆ ਸਮਾਜ ਉਸੇ ਨੇ ਹੈ, ਪਰ ਉਹਨੇ ਬਣਾਉਣ ਲੱਗਿਆ ਬੜਾ ਅਦਭੁਤ ਖੇਡ ਰਚਿਆ। ਸਭਨਾਂ ਵਿੱਚ ਉਹਨੇ ਫਰਕ ਵੀ ਰੱਖਿਆ ਹੈ, ਬਣਾਉਣ ਲੱਗੇ ਨੇ, ਪਰ ਘੱਟ ਅੰਤਰ ਬੈਠਾ ਸਭਨਾਂ ਦੇ ਅੰਦਰ ਆਪ ਹੀ ਹੈ। ਫਿਰ ਆਪ ਬਹਿ ਕੇ ਆਪੇ ਬਣਤ ਬਣਾਵਣੇ ਆ, ਆਪੇ ਹੀ ਉਹ ਸਾਰੀ ਬਣਤਰ ਬਣਾ ਰਿਹਾ। ਬੈਠਾ ਵੀ ਆਪ, ਆਪਣਾ ਆਪਾ ਵੀ ਆਪੇ ਟਿਕਾਇਆ, ਆਪ ਇੱਕੋ ਸਰੂਪ ਹੋ ਕੇ ਬੈਠਾ, ਪਰ ਮਨੁੱਖ ਇੱਕ ਵਰਗੇ ਨਹੀਂ ਉਹਨੇ ਬਣਾਏ, ਸਾਰੇ ਹੀ ਵੱਖਰੇ ਵੱਖਰੇ ਬਣਾਏ ਉਹਨੇ। ਹਰ ਮਨੁੱਖ ਦੇ ਚਿਹਰੇ ਦਾ ਜਿਹੜਾ ਬਣਤਰ ਹੈ ਉਹ ਵੱਖਰੀ। ਜੇ ਚਿਹਰੇ ਕਿਤੇ ਰਤਾ ਮਾਤਰ ਇੱਕ ਦੂਜੇ ਨਾਲ ਮਿਲ ਜਾਣ, ਸੁਭਾਵ ਵੱਖਰੇ। ਜੇ ਸੁਭਾਵ ਇੱਕ ਦੂਜੇ ਨਾਲ ਮਿਲ ਜਾਣ ਤੇ ਫਿਰ ਆਵਾਜ਼ ਵੱਖਰੀ। ਅਲੱਗ-ਅਲੱਗ ਤਰੀਕੇ ਨਾਲ ਹਰ ਪੱਖ ਤੋਂ ਅਕਾਲ ਪੁਰਖ ਪਰਮੇਸ਼ਵਰ ਨੇ ਕੋਈ ਨਾ ਕੋਈ ਭਿੰਨਤਾ, ਕੋਈ ਨਾ ਕੋਈ ਫਰਕ ਇਸ ਸਮਾਜ ਨੂੰ ਬਣਾਉਣ ਲੱਗਿਆਂ ਪਰਮੇਸ਼ਵਰ ਨੇ ਰੱਖਿਆ ਹੈ। ਜਿਹਨੂੰ ਸਤਿਗੁਰੂ ਜੀ ਬਾਣੀ ਦੇ ਅੰਦਰ ਜ਼ਿਕਰ ਕਰਦੇ ਆ, ਕਹਿੰਦੇ ਮੇਰੇ ਪ੍ਰਭ ਸਾਚੈ ਇੱਕ ਖੇਲ ਰਚਾਇਆ, ਕੋਏ ਨਾ ਕਿਸ ਹੀ ਜਿਹਾ ਉਪਾਇਆ। ਉਹਨੇ ਇੱਕ ਵੀ ਦੂਜੇ ਵਰਗਾ ਪੈਦਾ ਨਹੀਂ ਕੀਤਾ, ਉਹਨੇ ਸਾਰੇ ਹੀ ਵੱਖਰੇ ਵੱਖਰੇ ਬਣਾਏ। ਸਾਰੇ ਅਲੱਗ-ਅਲੱਗ ਢੰਗ ਨਾਲ, ਅਲੱਗ-ਅਲੱਗ ਤਰੀਕੇ ਨਾਲ ਉਹਨਾਂ ਦੀ ਬਣਤਰ ਬਣੀ ਹੈ।
ਕਿਸੇ ਦਾ ਸਰੂਪ, ਕਿਸੇ ਦਾ ਸੁਭਾਵ, ਕਿਸੇ ਦਾ ਕਿਸੇ ਪੱਖ ਤੋਂ ਅਕਾਲ ਪੁਰਖ ਪਰਮੇਸ਼ਵਰ ਨੇ ਸੁਮੇਲ ਨਹੀਂ ਰੱਖਿਆ। ਮਿੱਟੀ ਇੱਕੋ ਹੀ ਹੈ, ਮਿੱਟੀ ਵੱਖਰੀ ਨਹੀਂ ਹੈ। ਠੀਕ ਉਸੇ ਤਰ੍ਹਾਂ ਘੁਮਿਆਰ ਦੇ ਕੋਲ ਜਿੰਨੀ ਮਿੱਟੀ ਹੈ ਉਹ ਸਾਰੀ ਇੱਕੋ ਹੀ ਹੈ, ਪਰ ਬਣਤਰ ਬਰਤਨਾਂ ਦੀ ਬਣਤਰ ਇੱਕੋ ਜੀ ਨਹੀਂ, ਉਹਦੇ ਅੰਦਰ ਫਰਕ ਕਿਤੇ ਨਾ ਕਿਤੇ ਜ਼ਰੂਰ ਰੱਖਦਾ ਹੈ। ਇੱਥੋਂ ਤੱਕ ਉਹਦੇ ਹੱਥ ਨੇ, ਉਹਦੇ ਹੱਥਾਂ ਦਾ ਆਪਣੇ ਹੱਥਾਂ ਦੇ ਨਾਲ ਉਹਨੇ ਮਿੱਟੀ ਨੂੰ ਬਣਤਰ ਆਕਾਰ ਦੇਣਾ। ਹੁਣ ਉਹ ਜਦੋਂ ਬਰਤਨ ਬਣਾਉਣ ਲੱਗਦਾ, ਜੇ ਉਹ ਘੜੇ ਬਣਾਉਂਦਾ ਤੇ ਉਹ ਘੜੇ ਵੀ ਇੱਕੋ ਸਾਈਜ਼ ਦੇ ਨਹੀਂ, ਉਹਨਾਂ ਦੇ ਅੰਦਰ ਰਤਾ ਮਾਤਰ ਥੋੜਾ ਬਹੁਤਾ ਫਰਕ ਉਹਦੇ ਹੱਥਾਂ ਨਾਲ ਰਹਿ ਜਾਂਦਾ। ਅਕਾਲ ਪੁਰਖ ਪਰਮੇਸ਼ਵਰ ਠੀਕ ਉਸੇ ਤਰ੍ਹਾਂ ਜਿਵੇਂ ਇੱਕ ਘੁਮਿਆਰ ਬਰਤਨ ਬਣਾਉਣ ਲੱਗਾ ਮਿੱਟੀ ਇੱਕੋ ਜਿਹੀ ਵਰਤਦਾ ਹੈ, ਪਰ ਬਰਤਨਾਂ ਦੇ ਆਕਾਰ ਉਹਦੇ ਹੱਥ ਉੱਤੇ ਨਿਰਭਰ ਕਰਦੇ ਨੇ, ਇਸੇ ਤਰ੍ਹਾਂ ਅਕਾਲ ਪੁਰਖ ਪਰਮੇਸ਼ਵਰ ਜੀ ਸਾਰੇ ਤੱਤ ਇੱਕੋ ਜਿਹੇ ਵਰਤ ਰਹੇ ਨੇ, ਪਰ ਉਹਨਾਂ ਦੀ ਬਣਤਰ, ਉਹਨਾਂ ਦੀ ਬਣਾਵਟ ਅਕਾਲ ਪੁਰਖ ਪਰਮੇਸ਼ਵਰ ਉੱਤੇ ਨਿਰਭਰ ਕਰਦੀ ਹੈ ਕਿ ਉਹਨੇ ਕਿਹੜਾ ਜੀਵ ਕਿਸ ਰੂਪ ਵਿੱਚ, ਕਿਸ ਰੰਗ ਦੇ ਅੰਦਰ ਬਣਾਉਣਾ ਹੈ, ਕਿਹੜਾ ਆਕਾਰ ਉਹਨੇ ਜੀਵ ਨੂੰ ਦੇ ਕੇ ਨਿਵਾਜਣਾ। ਇਹ ਸਾਰਾ ਕੁਛ ਉਸ ਅਕਾਲ ਪੁਰਖ ਪਰਮੇਸ਼ਵਰ ਦੇ ਉੱਤੇ ਨਿਰਭਰ ਕਰਦਾ। ਮੇਰੇ ਸਾਹਿਬ ਜੀ ਨੇ ਅੱਜ ਬੜੀ ਅਪਾਰ ਬਖਸ਼ਿਸ਼ ਕੀਤੀ। ਕਹਿੰਦੇ ਉਹ ਅਕਾਲ ਪੁਰਖ ਪਰਮੇਸ਼ਵਰ ਆਪੇ ਹੀ ਸਭਨਾਂ ਦੇ ਅੰਦਰ ਬਣਤਰ ਬਣਾਉਣ ਲੱਗਾ ਫਰਕ ਕਰਦਾ ਹੈ, ਭਾਵ ਉਹਨਾਂ ਨੂੰ ਅਲੱਗ-ਅਲੱਗ ਢੰਗ ਦੇ ਨਾਲ ਸਰੂਪ ਰੂਪ ਦੇ ਕੇ ਨਿਵਾਜਦਾ। ਸਭਨਾਂ ਦੇ ਅੰਦਰ ਬੈਠਾ ਆਪ ਹੀ ਹੈ ਤੇ ਆਪ ਹੀ ਬਹਿ ਕਰਕੇ ਇਹ ਸਾਰੇ ਦੇ ਸਾਰੇ ਸਮਾਜ, ਜਿਹਨੂੰ ਇਹ ਜਗ ਸੱਚੇ ਕੀ ਹੈ, ਕੋਠੜੀ ਸੱਚੇ ਕਾ ਵਿੱਚ ਵਾਸ ਕਹਿ ਕੇ ਗੁਰੂ ਨਾਨਕ ਸਾਹਿਬ ਨੇ ਸੰਬੋਧਨ ਕੀਤਾ। ਜਾਂ ਮਾਲਕ ਜੀ ਕਹਿੰਦੇ ਉਹ ਪਰਮੇਸ਼ਵਰ ਨੇ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ, ਰੂਪ ਅੰਦਰ ਬੈਠ ਕੇ ਆਪੇ ਹੀ ਉਹ ਸਾਰੀ ਦੀ ਸਾਰੀ ਬਣਤਰ ਵੀ ਬਣਾਉਣ ਵਾਲਾ ਹੈ। ਤੂੰ ਆਪੇ ਸੋਹ ਹੈ, ਆਪੇ ਜਗ ਮੋਹ ਹੈ, ਤੂੰ ਆਪੇ ਨਦਰੀ ਜਗਤ ਪਰੋਵਹਿ, ਤੂੰ ਆਪੇ ਦੁਖ ਸੁਖ ਦੇਵਹਿ ਕਰਤੇ, ਗੁਰਮੁਖ ਹਰ ਦਿਖਾਵਣਿਆ। ਤੂੰ ਆਪੇ ਸੋਹੈ, ਸੋਹੈ ਮਤਲਬ ਸ਼ੋਭਣਾ, ਸ਼ੋਭਾ ਪਾਉਣੀ। ਫਿਰ ਆਪੇ ਜਗ ਮੋਹ ਹੈ, ਮੋਹ ਹੈ ਮਾ ਭਾਵ ਮੋਹ ਲੈਣਾ, ਆਕਰਸ਼ਿਤ ਕਰ ਲੈਣਾ। ਆਪਾਂ ਨਾ ਕੁਦਰਤ ਵੇਖਦੇ ਹਾਂ, ਅਕਾਲ ਪੁਰਖ ਜੀ ਕੀ ਬਣਾਈ ਹੋਈ ਕੁਦਰਤ ਦੀ ਸੁੰਦਰਤਾ ਨੂੰ ਵੇਖਿਆ ਸੀ। ਸੁੰਦਰਤਾ ਨੂੰ ਵੇਖ ਕੇ ਅਸੀਂ ਕੁਦਰਤ ਵੱਲ ਆਕਰਸ਼ਿਤ ਹੋ ਗਏ। ਕੁਦਰਤ ਦੀ ਸੁੰਦਰਤਾ ਵੇਖੀ, ਕੁਦਰਤ ਦੀ ਸੁੰਦਰਤਾ ਵੇਖ ਕੇ ਕੁਦਰਤ ਵੱਲ ਹੀ ਆਕਰਸ਼ਿਤ ਹੋ ਗਏ। ਜਿਹੜਾ ਪੱਖ ਗੁਰੂ ਸਾਹਿਬ ਰੱਖ ਰਹੇ, ਅਕਾਲ ਪੁਰਖ ਜੀਓ ਕੁਦਰਤ ਦੇ ਵਿੱਚ ਤੁਸੀਂ ਬੈਠੇ ਹੋ। ਕਦਰ ਕਿਹਦੇ ਵਿੱਚ ਹੈ? ਕੁਦਰਤ ਦੇ ਅੰਦਰ। ਸ਼ੋਭ ਕੌਣ ਰਿਹਾ? ਕੁਦਰਤ ਦੀ ਹੋਂਦ ਅਕਾਲ ਪੁਰਖ ਪਰਮੇਸ਼ਵਰ ਕਰਕੇ ਹੈ, ਪਰ ਸਾਰੀ ਦੀ ਸਾਰੀ ਕੁਦਰਤ ਬਿਨ ਸਜਾਏਗੀ ਜੇ ਅਕਾਲ ਪੁਰਖ ਆਪਣੀ ਹੋਂਦ ਸਮੇਟ ਲੈਣ। ਅੱਜ ਆਪਾਂ ਕਹਿ ਸਕਦੇ ਹਾਂ, ਜੇ ਸੌਖੇ ਜਿਹੇ ਲਫ਼ਜ਼ਾਂ 'ਚ ਸਮਝੀਏ, ਇੱਕ ਰੁੱਖ ਹਰਿਆ ਭਰਿਆ ਹੈ, ਪਰ ਜਿੰਨਾ ਚਿਰ ਉਹਦੇ ਵਿੱਚ ਸੱਤਾ ਅਕਾਲ ਦੀ ਟਿਕੀ ਹੈ, ਉਹਦੇ ਵਿੱਚੋਂ ਅਕਾਲ ਆਪਣੀ ਸੱਤਾ, ਆਪਣੀ ਤਾਕਤ ਖਿੱਚ ਲਏ, ਰੁੱਖ ਦੀ ਕੀ ਮਜਾਲ ਹੈ ਹਰਿਆਲੀ ਕੋਲੇ ਰੱਖ ਜਾਏ। ਜਿਹਨੂੰ ਹੋਰ ਸੌਖਾ ਕਰੀਏ, ਅੱਜ ਅਸੀਂ ਆਪਣੇ ਪੈਰਾਂ ਤੇ ਖੜੇ ਹਾਂ, ਪਰ ਸਾਡੇ ਪੈਰਾਂ ਉੱਤੇ ਖੜਾਉਣ ਦਾ ਭਾਵ ਇਹ ਨਹੀਂ ਵੀ ਮੈਂ ਖੜਾ ਹਾਂ, ਨਾ, ਅਕਾਲ ਪੁਰਖ ਜੀ ਕੀ ਸੱਤਾ ਕਰਕੇ ਖੜੇ ਹਾਂ। ਰੱਬ ਜੀ ਕੀ ਜੋਤ ਕਰਕੇ ਹੀ ਖੜੇ ਆ ਨਾ। ਰੱਬ ਜੀ ਕੀ ਜੋਤ ਸਾਡੀ ਕਾਇਆ ਵਿੱਚ, ਸਰੀਰ ਵਿੱਚ ਨਾ ਹੋਵੇ, ਲੱਤਾਂ ਤੇ ਖੜੋ ਜਾਾਂਗੇ?
जिन्ना चिर जोत है उन्ना चिर अपनियां लत्तां ते मनुख खड़ोता है। जोत निकल जाए खड़ा भी डिग पैंदा है। अपनियां अखां, असीं ये सारी काया नूं अपना ही कहने आ ना भी साडियां ने, लत्तां भी साडियां, बाहां भी साडियां, अखां भी, कन्न भी साडे, ये सारियां चीज़ां उत्ते असीं दावा अपनत दा करदे आ। पर ये सारियां उन्ना चिर ही काम करदियां ने जिन्ना चिर अकाल पुरख परमेश्वर की सत्ता इन्हां विच है। साडियां अखां दा इलाज उन्ना चिर होएगा जिन्ना चिर अकाल पुरख जी की सत्ता मगरों मिल रही। जिदन सत्ता ना मिले उस दिन डॉक्टर हथ खड़े जी मगरों जोत बंद होगी, इलाज होया फिर नहीं। उन्होंने सीधा हुण वो जोत केड़ी बंद हुई है, मगर केड़ा दीवे बलदे सी भी दीवा बलदा बुझ गया हुण तेल पा के होर बल नहीं। जोत मतलब जेड़ी ताकत अकाल पुरख परमेश्वर वल्लों अखां नूं दित्ती सी वो ताकत उन्हें देनी बंद करती। जिदन बंद हो गई, वेखो ना कईयां दी एक अख विचों वो जोत चली जाती, किसी दियां दोवां अखां विचों चली जाती, किसी दियां दोवां अखां विच ही बरकरार। समय अनुसार है, हालात ने। अखां दे विच जिन्ना चिर अकाल पुरख जी की सत्ता है उन्ना चिर भावें जिथों तक मर्जी विखा लो वेखदियां ने। आकाश तक वेखी जांदियां, आकाश विच उड़दे निक्के तो निक्के पंछी नूं वेखी जांदियां। किन्नी तेज है दृष्टि। हुण रब दी जोत आउणी बंद हो जाए, सामने खड़ा नहीं दिंदा। सामने खड़ोता मनुख ते दिखना बड़ी दूर की गल है, तुरिया जांदा ठेडे ही खाई जांदा है, क्यों जोत है नहीं। हुण अकाल पुरख परमेश्वर जी दी जोत ही सबना दे अंदर शोभ रही। जेड़ा पक्ष मैं आप जी अगे रखना वो ये है, तू आपे सोहे रब जी सबना च बैठा, तू आप ही शोभद है, तेरे करके ही सारी दा सारा ब्रह्मंड आकर्षक है। तू ना होवे साडा तां वेखण नूं जी ना करे किसे वाला। आपां रुख दी हरियाली वेख के आकर्षक हो जाने। हरिया भरिया रुख होवे, सोहणे बूटियां नूं फुੱਲ लगे होण, रुख नूं सोहणे फल लगे होण, भज्जे ही जाईदा भी बड़ा सोहना बूटा भाई, बड़ा सोहना रुख है, बड़े स्वादले फल ने, बड़े सुगंधी दा फुੱਲ ने। असीं सारियां चीज़ां लफ्ज़ आम करके वरते। हुण ओही जिवें बापू नानक साहब जी दा एक पावन बचन है, हालांकि उत्थे मालिक पातशाह ने जिक्र वखरा किया, पर जेड़ी बेनती आप जी, पब्बर तू हरियावला कवला कंचन वन कै दोखड़े सड़ियो हुए काली होई आ देखोरी। ਇਹਦੇ ਨਾਲ एक घटना भी साझी करते भी गुरु नानक साहब ते भाई मरदाना जी गुजरे जा रहे, एक सोहना तलाब पानी का वेखिया ते उस पानी के तलाब के दुआले दुआले बहुत सोहनी कुदरत वेखी। ਉਹਦੇ दुआले बड़े सोहने निके निके फुੱਲ लगे, बूटियां लगियां, बड़ी शोभा पा रहा, पानी बड़ा साफ सुथरा, ऐ सुगंधी सुगंधी सारे पासे, बड़ा हरिया भरिया। पर कुछ चिर बाद जदों मुड़ उथों गुजरे ना, ते उथे हुण ना ते वो सुंदरता नजर आई, ना वो सजावट नजर आई, कुछ नहीं दसिया, ना फुੱਲ दसे। वो जिहड़ा तलाब नजर आई वो छप्पड़ रूप लै गया, उहदे विचों गंदगी, उहदे विच हरियाली, सब कुछ जम गया। फिर उत्थे बातचीत हुई भी भाई तू ते बड़ा हरिया भरिया हुंदा सी, पब्बर तू हरियावला, तू ते बड़ा हरिया भरिया सी, कवला कंचन वन तेरी ते देही है कंचन वर्गी सोहनी सी, कह दुखड़े सड़ियों है, तेनू केड़ा दुख लग गया भाई, तू सड़ गया, काली होई आ देह हुरी, तेरी देह भी काली हो गई। हुण ना तेरे दुआले कोई जीव पानी पीण आउंदा, ना तेरे दुआले आके पंछी चह चहाउंदे ने, ना तेरे दुआले आके फुੱਲਾਂ ਦੇ ਉੱਤੇ ਭੌਰੇ ਤੇ ਤਿਤਲੀਆਂ ਬਹਿੰਦੀਆਂ, क्योंकि फुੱਲ ही नहीं रहे हुण तेरे दुआले। की कारण है? ਉਹੀ चीज़ां जदों हरियां भरियां सन ते सारे जीव आकर्षक होके जा रहे, उन्होंने ही अपना रूप तब्दील करके जदों सड़ गए, कोई नहीं गया। मनुख भी हुण उथों गुजरदे ते अपने नक ते हथ रख के लंघदे भी बदबू आउंदी है, पानी ते उही है। जिन्ना चिर रब जी है उन्ना चिर सोहे, हर चीज शोभदी है।
ਤੇ ਜਿਸ ਵਿੱਚੋਂ ਅਕਾਲ ਪੁਰਖ ਪਰਮੇਸ਼ਵਰ ਆਪਣੀ ਸੱਤਾ ਖਿੱਚ ਲਏ ਉਹ ਕਦੇ ਸੌਂਦਾ ਨਹੀਂ ਹੈ। ਜਿਹੜੀ ਚੀਜ਼ ਵਿੱਚ ਅਕਾਲ ਪੁਰਖ ਪਰਮੇਸ਼ਵਰ ਹੈ ਉਹਨਾਂ ਚਿਰ ਉਸ ਵੱਲ ਅਸੀਂ ਆਕਰਸ਼ਕ ਹੋਵਾਂਗੇ, ਪਰ ਜਦੋਂ ਉਹਦੇ ਵਿੱਚੋਂ ਸੱਤਾ ਨਿਕਲ ਜਾਏ ਸਾਡੀ ਆਕਰਸ਼ਕਤਾ ਖਤਮ। ਅਸੀਂ ਕਿਵੇਂ ਅਟਰੈਕਟ ਹੋ ਜਾਾਂਗੇ ਉਹਦੇ ਵੱਲ। ਹੋਰ ਸੌਖਾ ਕਰ ਲਈਏ, ਅੱਜ ਆਪਾਂ ਆਪਣੇ ਪਰਿਵਾਰ ਦੀ ਗੱਲ ਕਰੀਏ। ਪਰਿਵਾਰ ਦੇ ਜੀਆਂ ਵਿੱਚ ਅਕਾਲ ਪੁਰਖ ਪਰਮੇਸ਼ਵਰ ਸ਼ੋਭ ਰਹੇ ਨੇ ਤੇ ਅਸੀਂ ਪਰਿਵਾਰ ਵੱਲ ਖਿੱਚੇ ਜਾਂਦੇ, ਚਾਹੇ ਮੋਹ ਦੀਆਂ ਤੰਦਾਂ ਕਹਿ ਲਓ, ਕੋਈ ਲਫ਼ਜ਼ ਵਰਤ ਲਈਏ, ਪਰ ਹੈ ਤੇ ਉਹ ਸਾਡੇ ਲਈ ਆਕਰਸ਼ਕ ਨਾ। ਅਸੀਂ ਉਹਨਾਂ ਵੱਲ ਆਕਰਸ਼ਿਤ ਹੋ ਰਹੇ ਹਾਂ। ਸਾਡਾ ਪਰਿਵਾਰ ਹੈ ਭਾਈ। ਹੁਣ ਉਹੀ ਪਰਿਵਾਰਕ ਮੈਂਬਰ ਜਿੰਨੇ ਨੇ ਉਹਨਾਂ ਵਿੱਚੋਂ ਇੱਕ ਬੰਦੇ ਅੰਦਰੋਂ ਅਕਾਲ ਪੁਰਖ ਪਰਮੇਸ਼ਵਰ ਆਪਣੀ ਸੱਤਾ ਖਿੱਚ ਲਏ। ਜਿਵੇਂ ਔਲਾਦ ਦਾ ਆਪਣੀ ਮਾਂ ਆਪਣੇ ਪਿਓ ਨਾਲ ਪ੍ਰੇਮ ਬਹੁਤ ਹੈ। ਇੱਕ ਦਿਨ ਚ ਪਤਾ ਹੀ ਨਹੀਂ ਕਿੰਨੀ ਕੁ ਵਾਰੀ ਮਾਂ ਤੇ ਪਿਓ ਦੇ ਗਲ ਨਾਲ ਲੱਗਦੀ ਹੈ ਔਲਾਦ। ਹੁਣ ਇੱਕ ਵਿੱਚੋਂ ਰੱਬੀ ਜੋਤ ਚਲੀ ਜਾਏ, ਗਲ ਨਾਲ ਲੱਗਣਾ ਤੇ ਬੜੀ ਦੂਰ ਦੀ ਗੱਲ ਹੈ। ਜੇ ਹੱਥ ਵੀ ਲੱਗ ਜਾਏ ਤੇ ਹੱਥ ਧੋਣ ਤੁਰਿਆ ਜਾਂਦਾ ਵੀ ਨਹੀਂ ਹੁਣ ਨਹੀਂ। ਕਿੱਥੇ ਗਈ ਆਕਰਸ਼ਕਤਾ? ਕਿੱਥੇ ਗਿਆ ਉਹ ਪ੍ਰੇਮ, ਉਹ ਪਿਆਰ? ਜਿੰਨਾ ਚਿਰ ਰੱਬੀ ਜੋਤ ਸੀ ਉਹਨਾਂ ਚਿਰ ਪ੍ਰੇਮ ਸੀ, ਉਹਨਾਂ ਚਿਰ ਪਿਆਰ ਸੀ, ਉਹਨਾਂ ਚਿਰ ਅਸੀਂ ਉਹਨਾਂ ਵੱਲ ਖਿੱਚੇ ਜਾ ਰਹੇ ਸੀ। ਹੁਣ ਜੋਤ ਨਹੀਂ ਰਹੀ, ਅਕਾਲ ਪੁਰਖ ਸ਼ੋਭ ਨਹੀਂ ਰਹੇ ਹੁਣ ਉਹਦੇ ਵਿੱਚ, ਉਹ ਸਰੀਰ ਵਿੱਚ ਨਹੀਂ ਅਕਾਲ ਪੁਰਖ ਦੀ ਜੋਤ। ਹੁਣ ਉਹਨੂੰ ਹੱਥ ਲੱਗ ਜਾਣਾ ਵੀ ਸਾਡੇ ਹੱਥਾਂ ਨੂੰ ਕੀ ਬਣਾ ਰਿਹਾ? ਅਪਵਿੱਤਰ। ਵੀ ਸਾਡੇ ਹੱਥ ਅਪਵਿੱਤਰ ਹੋ ਗਏ, ਧੋਣ ਚੱਲੋ ਭਾਈ। ਬੰਦਾ ਧੋਣ ਤੁਰਿਆ ਜਾਂਦਾ। ਦੇਹੀ ਤੇ ਉਹੀ ਹੈ ਨਾ, ਸਰੀਰ ਤੇ ਉਹੀ ਹੈ। ਇਸੇ ਤਰ੍ਹਾਂ ਸਾਰੀ ਦੀ ਸਾਰੀ ਕੁਦਰਤ ਵਿੱਚ ਤੂੰ ਆਪੇ ਸੋਹੈ। ਰੱਬ ਜੀ ਤੁਸੀਂ ਆਪ ਸ਼ੋਭਦੇ ਹੋ, ਤੇ ਜਿਹਦੇ ਵਿੱਚ ਤੁਸੀਂ ਸ਼ੋਭ ਰਹੇ ਹੋ ਉਹ ਜੀਵ, ਉਹ ਵਸਤੂ, ਉਹ ਪਦਾਰਥ ਇੱਕ ਜੀਵ ਨੂੰ ਆਪਣੇ ਵੱਲ ਆਕਰਸ਼ਿਤ ਕਰਦਾ ਹੈ। ਜਿਉਂਦੀਆਂ ਚੀਜ਼ਾਂ ਵੱਲ ਆਕਰਸ਼ਕਤਾ ਹੈ, ਮਰੀਆਂ ਚੀਜ਼ਾਂ ਵੱਲ ਕੋਈ ਆਕਰਸ਼ਤਾ ਨਹੀਂ। ਤੇ ਜਿਉਂਦੇ ਰਹਿਣਾ ਅਕਾਲ ਪੁਰਖ ਪਰਮੇਸ਼ਵਰ ਜੀ ਦਾ ਵਿੱਚ ਸ਼ੋਭਾ ਪਾਉਣਾ, ਤੇ ਮਰ ਜਾਣਾ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਸੱਤਾ ਵਿੱਚੋਂ ਚਲੀ ਜਾਣੀ। ਤੇ ਸਾਹਿਬ ਕਹਿੰਦੇ ਆਪ ਹੀ ਤੁਸੀਂ ਸ਼ੋਭਦੇ ਹੋ ਤੇ ਆਪਣੀ ਸ਼ੋਭਾ ਕਰਕੇ ਸਾਰੇ ਦੇ ਸਾਰੇ ਜਗਤ ਨੂੰ ਆਪਣੇ ਵੱਲ ਤੁਸੀਂ ਖਿੱਚਦੇ ਹੋ, ਮੋਹ ਲੈਂਦੇ ਹੋ। ਤੂੰ ਆਪੇ ਨਦਰੀ ਜਗਤ ਪਰੋਵੇਂ, ਫਿਰ ਸਾਰੇ ਦੇ ਸਾਰੇ ਜਗਤ ਨੂੰ ਆਪਣੀ ਨਦਰ ਦੇ ਹੇਠਾਂ ਤੁਸੀਂ ਪਰੋ ਕੇ ਰੱਖਿਆ ਹੈ। ਫਿਰ ਮਾਲਕ ਜੀ ਕਹਿੰਦੇ ਤੂੰ ਆਪੇ ਦੁੱਖ ਸੁੱਖ ਦੇਵੇਂ ਕਰਤੇ। ਅਕਾਲ ਪੁਰਖ ਜੀਓ ਦੁੱਖ ਸੁੱਖ ਕੋਈ ਦੂਜਾ ਨਹੀਂ ਦੇਣ ਆਇਆ। ਜੀਵਾਂ ਨੂੰ ਦੁੱਖ ਔਰ ਸੁੱਖਾਂ ਦੀ ਦਾਤ ਵੀ ਤੁਸੀਂ ਆਪ ਦਿੱਤੀ। ਗੁਰਮੁਖ ਹਰ ਦੇ ਖਾਵਣਿਆ, ਗੁਰੂ ਦੇ ਰਾਹੀਂ ਜੀਵ ਅਕਾਲ ਪੁਰਖ ਪਰਮੇਸ਼ਵਰ ਨੂੰ ਵੇਖਦਾ ਹੈ। ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰ ਮਨ ਵਸਾਏ। ਸਬਦੇ ਉਪਜੈ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾਵਣਿਆ। ਹੁਣ ਸਤਿਗੁਰੂ ਕਹਿੰਦੇ ਆਪੇ ਕਰਤਾ ਕਰੇ ਕਰਾਏ, ਆਪ ਹੀ ਉਹ ਕਰਤਾ ਹੈ, ਕਰਨ ਔਰ ਕਰਾਉਣ ਵਾਲਾ ਹੈ। ਕਰੇ ਮਤਲਬ ਕਰਦਾ ਹੈ, ਕਰਾਏ ਮਤਲਬ ਕਰਵਾਉਂਦਾ ਹੈ। ਕਰਤਾ ਕਿਹਨੂੰ ਕਹਿੰਦੇ ਨੇ? ਕਰਨ ਵਾਲੇ ਨੂੰ। ਰੱਬ ਜੀ ਤੁਸੀਂ ਆਪੇ ਹੀ ਕਰਨ ਵਾਲੇ ਹੋ। ਕਰੇ ਕਰਦੇ ਆਪ ਹੋ ਤੁਸੀਂ, ਕਰਾਏ ਤੇ ਜੇ ਕਿਸੇ ਕੋਲੋਂ ਕਰਾਉਂਦੇ ਹੋ ਉਹ ਵੀ ਤੁਸੀਂ ਹੋ। ਜੇ ਇਦਾਂ ਕਹਿ ਲਈਏ ਆਪੇ ਹੀ ਤੁਸੀਂ ਕਰਨ ਵਾਲੇ ਹੋ, ਆਪੇ ਹੀ ਕਰਦੇ ਹੋ,
ਤੇ ਜੀਵ ਜੋ ਕਰਦੇ ਨੇ ਇਹਨਾਂ ਤੋਂ ਤੁਸੀਂ ਕਰਵਾਉਂਦੇ ਹੋ, ਤਾਂ ਕਰਦੇ ਨੇ। ਫਿਰ ਹੁਣ ਕਰਨ ਵਾਲਾ ਤੇ ਆਪ ਹੀ ਆ, ਉਹ ਕੋਈ ਦੂਜਾ ਤੇ ਹੈ ਨਹੀਂ ਵੀ ਕਿਸੇ ਦੂਜੇ ਦੀ ਸੱਤਾ, ਕਿਸੇ ਦੂਜੇ ਦੀ ਤਾਕਤ ਕੰਮ ਕਰੇ, ਜਾਂ ਕੋਈ ਦੂਜਾ ਉੱਠ ਕੇ ਆਪਣੀ ਸੱਤਾ ਪ੍ਰਗਟਾਵੇ ਵੀ ਆਹ ਲਓ ਜੀ। ਇਸੇ ਕਰਕੇ ਤੇ ਬਾਪੂ ਜੀ ਨੇ ਬੜਾ ਪਿਆਰਾ ਬਾਣੀ 'ਚ ਇੱਕ ਲਫ਼ਜ਼ ਵਰਤਿਆ, ਕਹਿੰਦੇ ਮੰਨ ਲੈਨੇ ਆ ਮਨੁੱਖਾ ਤੂੰ ਕੁਛ ਕਰ ਸਕਦਾ, ਮੰਨ ਲੈਨੇ ਵੀ ਇੱਕ ਮਨੁੱਖ ਕੋਲ ਤਾਕਤ ਹੈ, ਸੱਤਾ ਹੈ ਤੇ ਮਨੁੱਖ ਕਰ ਸਕਦਾ। ਗੁਰੂ ਸਾਹਿਬ ਕਹਿੰਦੇ ਮੰਨ ਲਿਆ ਭਾਈ। ਹੁਣ ਤਾਂ ਮੰਨੀਏ ਜੇ ਤੂੰ ਪੰਜਾਂ ਤੋਂ ਬਿਨਾ ਇੱਕ ਛੇਵਾਂ ਕੋਈ ਤੱਤ ਪੈਦਾ ਕਰਕੇ ਵਿਖਾਵੇਂ, ਤੇ ਹੈ ਮਨੁੱਖ ਕੋਲ ਤਾਕਤ? ਪੰਜ ਤੱਤ ਤੇ ਰੱਬ ਨੇ ਬਣਾਈ ਨੇ, ਧਰਤੀ, ਆਕਾਸ਼, ਪਾਣੀ, ਅੱਗ, ਹਵਾ, ਇਹ ਸਾਰਾ ਕੁਝ ਰੱਬ ਨੇ ਬਣਾਇਆ। ਇਹਨਾਂ ਪੰਜਾਂ ਤੱਤਾਂ ਦੇ ਨਾਲ ਕਾਇਆ ਬਣਾਈ, ਸਰੀਰ ਬਣਾਇਆ। ਮਾਲਕ ਕਹਿੰਦੇ ਵੀ ਅਸੀਂ ਮੰਨ ਜਾਵਾਂਗੇ ਮਨੁੱਖ ਕੋਲ ਸੱਤਾ ਹੈ, ਤਾਕਤ ਹੈ, ਪੰਜ ਤੇ ਬੜੀ ਦੂਰ ਦੀ ਗੱਲ ਹੈ ਜੇ ਮਨੁੱਖ ਕੋਈ ਛੇਵਾਂ ਹੀ ਪੈਦਾ ਕਰਕੇ ਵਿਖਾ ਦੇ। ਤੇ ਹੈ ਕਿਹਦੇ ਕੋਲ ਤਾਕਤ ਵੀ ਅਸੀਂ ਛੇਵਾਂ ਤੱਤ ਪੈਦਾ ਕਰ ਸਕੇ? ਅਸੀਂ ਤੇ ਪੰਜ ਜਿਹੜੇ ਰੱਬ ਦੇ ਬਣਾਏ ਉਹ ਸਾਡੇ ਵੱਸ ਵਿੱਚ ਨਹੀਂ, ਅਸੀਂ ਉਹਨਾਂ ਤੋਂ ਆਪਣੀ ਮਰਜ਼ੀ ਨਾਲ ਵਰਤੋਂ ਨਹੀਂ ਲੈ ਸਕਦੇ। ਉਹ ਉਹਨਾਂ ਚਿਰ ਹੀ ਸਾਡੀ ਵਰਤੋਂ ਵਿੱਚ ਨੇ ਜਿੰਨਾ ਚਿਰ ਅਕਾਲ ਪੁਰਖ ਨੇ ਰੱਖੇ ਹੋਏ ਨੇ। ਤੇ ਜਿੱਦਣ ਅਕਾਲ ਪੁਰਖ ਦੀ ਰਜ਼ਾ ਨਾ ਹੋਵੇ, ਹੈ ਉਦਣ ਕਿਤੇ ਪੰਜਾਂ ਤੱਤਾਂ ਚੋਂ ਸਾਡੇ ਕੰਮ ਆ ਜੇ ਕੋਈ? ਆਕਾਸ਼ ਅਸੀਂ ਆਪਣੀ ਮਰਜ਼ੀ ਨਾਲ ਨਹੀਂ ਵਰਤ ਰਹੇ, ਰੱਬ ਦੀ ਕਿਰਪਾ ਨਾਲ ਵਰਤ ਰਹੇ ਹਾਂ। ਨਹੀਂ ਤੇ ਜਿੱਦਣ ਆਕਾਸ਼ ਪਾੜਦਾ ਉਦਣ ਫਿਰ ਮਨੁੱਖ ਰੋਕ ਕਿਉਂ ਨਹੀਂ ਸਕਦਾ? ਧਰਤੀ ਸਾਡੇ ਪੈਰਾਂ ਹੇਠਾਂ ਹੈ, ਅਸੀਂ ਸਾਰੀ ਜ਼ਿੰਦਗੀ ਲਤਾੜਦੇ ਹਾਂ ਧਰਤੀ ਨੂੰ, ਸਾਰੀ ਜ਼ਿੰਦਗੀ ਲਤਾੜਿਆ। ਹਰ ਮਨੁੱਖ ਆਪਣੇ ਪੈਰਾਂ ਹੇਠ ਲਤਾੜ ਰਿਹਾ, ਪਰ ਇਹ ਰੱਬ ਦੀ ਮਰਜ਼ੀ ਨਾਲ ਪੈਰਾਂ ਹੇਠਾਂ ਹੈ। ਤੇ ਜੇ ਰੱਬ ਦੀ ਮਰਜ਼ੀ ਨਾ ਹੋਵੇ, ਪਾਟਣ ਲੱਗਿਆਂ ਦੋ ਹਿੱਸੇ ਹੋ ਜਾਂਦੀ, ਜਿੰਨੇ ਮਨੁੱਖ ਉੱਤੇ ਸਾਰੇ ਹੀ ਵਿੱਚ ਚਲੇ ਜਾਂਦੇ। ਫਿਰ ਪਾਣੀ, ਸਮੁੰਦਰ ਦੇ ਕਿਨਾਰੇ ਤੇ ਜਾ ਕੇ ਬੰਦਾ ਕਈ ਤਰ੍ਹਾਂ ਦੇ ਕੌਤਕ ਕਰਦਾ ਫਿਰਦਾ। ਕਿਉਂ? ਜਿੰਨਾ ਚਿਰ ਰੱਬ ਨੇ ਉਹਨੂੰ ਲਿਮਟ 'ਚ ਰੱਖਿਆ ਹੋਇਆ। ਜੇ ਕਿਤੇ ਸਮੁੰਦਰ 'ਚ ਸੁਨਾਮੀ ਆ ਜੇ ਫੇਰ ਭੱਜਦਾ ਕਿ ਨਹੀਂ ਮਨੁੱਖ? ਉਹ ਦਿਨ ਰੋਕ ਕੇ ਵਿਖਾਵੇ ਹਾਂ ਵੀ ਜੇ ਬੰਦਾ ਇਹ ਕਹਿੰਦਾ ਵੀ ਮੈਂ ਸਮੁੰਦਰ ਤੇ ਰਾਜ ਕਰਦਾ, ਸਮੁੰਦਰ ਮੇਰੇ ਅਧੀਨ ਹੈ, ਫਿਰ ਉਦਣ ਰੋਕ ਕੇ ਵਿਖਾ ਨਾ ਵੀ ਤੇਰਾ ਰਾਜ ਉਦਣ ਮੰਨਾਂਗੇ ਜਿੱਦਣ ਅਕਾਲ ਪੁਰਖ ਨੇ ਸਮੁੰਦਰ 'ਚ ਸੁਨਾਮੀ ਲਿਆਂਦੀ ਹੋਵੇ ਤੇ ਤੂੰ ਸੁਨਾਮੀ ਰੋਕ ਕੇ ਵਿਖਾ, ਫਿਰ ਤੇ ਆਪਾਂ ਮੰਨੀਏ ਵੀ ਤੂੰ ਰੱਬ ਨਾਲੋਂ ਵੱਡਾ ਭਾਈ। ਪਰ ਨਹੀਂ, ਰੱਬ ਦੀ ਕੁਦਰਤ, ਜਦੋਂ ਉਸ ਕੁਦਰਤ ਦੇ ਸਦਕਾ ਸਮੁੰਦਰ 'ਚ ਸੁਨਾਮੀ ਆਉਂਦੀ ਹੈ, ਬੰਦਾ ਕਿਨਾਰੇ ਤੇ ਜਾਣਾ ਤੇ ਬੜੀ ਦੂਰ ਦੀ ਗੱਲ ਹੈ, ਸਮੁੰਦਰ ਦੇ ਕੋਲੇ ਰਹਿਣਾ ਵੀ ਪਸੰਦ ਨਹੀਂ ਕਰਦਾ, ਉੱਥੋਂ ਵੀ ਆਪਣਾ ਸਾਮਾਨ ਚੁੱਕ ਕੇ ਵਾਪਸ ਦੂਜੇ ਪਾਸੇ ਆ ਜਾਂਦਾ। ਨਹੀਂ, ਹੁਣ ਨਹੀਂ, ਇਹਨੇ ਸਾਰਾ ਕੁਝ ਰੋੜ ਕੇ ਲੈ ਜਾਣਾ। ਇਸੇ ਤਰ੍ਹਾਂ ਅੱਗ ਹੈ, ਹਵਾ ਹੈ, ਸਾਡੇ ਅਧੀਨ। ਇਹ ਸਾਰੀਆਂ ਚੀਜ਼ਾਂ ਸਾਨੂੰ ਲੱਗਦੀਆਂ ਨੇ, ਪਰ ਇਹ ਸਾਡੇ ਅਧੀਨ ਨਹੀਂ, ਇਹ ਰੱਬ ਦੇ ਹੁਕਮ ਵਿੱਚ ਨੇ। ਤੇ ਰੱਬ ਦੇ ਹੁਕਮ ਵਿੱਚ ਅਸੀਂ ਇਹਨਾਂ ਨੂੰ ਵਰਤ ਰਹੇ ਹਾਂ। ਨਹੀਂ ਤੇ ਅੱਗ ਨੂੰ ਆਪਣੇ ਕਾਬੂ ਵਿੱਚ ਰੱਖ ਲੈਣਾ ਮਨੁੱਖ ਦੀ ਹਿੰਮਤ ਹੈ? ਅੱਜ ਬੰਦਾ ਅੱਗ ਨਾਲ ਭੋਜਨ ਬਣਾਈ ਜਾਂਦਾ, ਪ੍ਰਸ਼ਾਦਾ ਬਣਾਈ ਜਾਂਦਾ, ਹੋਰ ਕਈ ਤਰ੍ਹਾਂ ਦੀਆਂ ਚੀਜ਼ਾਂ ਦੀ ਵਰਤੋਂ ਅੱਗ ਨਾਲ ਕਰ ਰਿਹਾ, ਪਰ ਜਿੱਦਣ ਅੱਗ ਬੇਕਾਬੂ ਹੋ ਜੇ, ਕਿੰਨੇ ਕਿੰਨੇ ਘਰ ਸਾੜ ਕੇ ਸਵਾਹ ਕਰ ਦਿੰਦੀ। ਉਦਣ ਬੰਦਾ ਕਿਉਂ ਨਹੀਂ ਕਹਿੰਦਾ ਵੀ ਮੈਂ ਹੁਣ ਇਹਨੂੰ ਕਾਬੂ 'ਚ ਲੈ ਕੇ ਆਵਾਂ ਭਾਈ? ਇਸੇ ਤਰ੍ਹਾਂ ਹਵਾ ਹੈ, ਹਵਾ ਚੱਲ ਰਹੀ ਹੈ, ਬੜੀ ਸੋਹਣੀ ਲੱਗ ਰਹੀ, ਜੋ ਰੱਬ ਦੇ ਹੁਕਮ ਵਿੱਚ ਹੈ। ਹੁਣ ਰੱਬ ਦੇ ਹੁਕਮ ਵਿੱਚ ਹੀ ਹਵਾ ਤੂਫਾਨ ਦਾ ਰੂਪ ਲੈ ਜਾਏ ਤੇ ਫਿਰ ਤਹਿਸ ਨਹਿਸ ਪੈਦਾ ਹੋ ਜਾਂਦੀ, ਮਨੁੱਖ ਰੋਕ ਨਹੀਂ ਸਕਦਾ। ਫਿਰ ਮਨੁੱਖ ਕੋਲ ਇੱਕੋ ਹੀ ਤਰੀਕਾ ਬਚ ਜਾਂਦਾ, ਉਹ ਪਤਾ ਗਲ 'ਚ ਪੱਲਾ ਪਾ ਕੇ ਤੇ ਹੱਥ ਜੁੜੇ ਹੁੰਦੇ ਵੀ ਰੱਬਾ ਹੁਣ ਬਚਾ ਲਾ, ਬਸ ਆਹੀ ਇੱਕ ਢੰਗ ਰਹਿ ਜਾਂਦਾ। ਆਪੇ ਕਰਤਾ ਕਰੇ ਕਰਾਏ, ਸਾਹਿਬ ਕਹਿੰਦੇ ਆਪੇ ਹੀ ਉਹ ਕਰਤਾ ਕਰਦਾ ਤੇ ਕਰਵਾਉਂਦਾ ਹੈ। ਆਪੇ ਸ਼ਬਦ ਗੁਰ ਮਨ ਵਸਾਏ, ਗੁਰੂ ਆਪ ਹੀ ਕਿਰਪਾ ਕਰਕੇ ਸ਼ਬਦ ਮਨ ਦੇ ਅੰਦਰ ਟਿਕਾਉਂਦੇ ਨੇ। ਮਤਲਬ ਸ਼ਬਦ ਉਦਣ ਮਨ ਵਿੱਚ ਵਸਦਾ ਜਿੱਦਣ ਗੁਰੂ ਆਪ ਕਿਰਪਾ ਕਰ ਦੇਵੇ। ਗੁਰੂ ਦਾ ਉਪਦੇਸ਼ ਹਿਰਦੇ 'ਚ ਕਦੋਂ ਵਸਦਾ? ਜਦੋਂ ਗੁਰੂ ਆਪ ਕਿਰਪਾ ਕਰ ਦੇਵੇ।
ਜਿਹਨੂੰ ਗੁਰੂ ਸਾਹਿਬ ਕਹਿੰਦੇ ਕੁੰਭੇ ਬੱਧਾ ਜਲ ਰਹੈ, ਜਲ ਬਿਨ ਕੁੰਭ ਨਾ ਹੋਏ, ਗਿਆਨ ਕਾ ਬੱਧਾ ਮਨ ਰਹੈ, ਗੁਰ ਬਿਨ ਗਿਆਨ ਨਾ ਹੋਏ। ਜਾਂ ਭੱਟ ਸਾਹਿਬਾਨ, ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰ ਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਗੁਰ ਕਰ ਸੱਚ ਵਿਚਾਰ, ਗੁਰੂ ਕਰ ਰੇ ਮਨ ਮੇਰੇ, ਗੁਰ ਕਰ ਸ਼ਬਦ ਸੁਪੁੰਨ, ਅਘਨ ਕੱਟੈ ਸਭ ਤੇਰੇ, ਗੁਰ ਨੈਣ ਬੈਨ, ਗੁਰ ਗੁਰ ਕਰਹੁ, ਗੁਰ ਸਤ ਕਬ ਨਲ ਕਹੈ, ਜਿਨ ਗੁਰ ਨਾ ਦੇਖਿਓ ਨਾ ਕੀਓ, ਤੇ ਅਕਿਆਥ ਸੰਸਾਰ ਮੈਂ। ਭਾਈਓ ਤੇ ਅਕਿਆਥ ਨੇ ਸੰਸਾਰ ਉਤੇ, ਭਾਵ ਉਹਨਾਂ ਦਾ ਸੰਸਾਰ ਉੱਤੇ ਰਹਿਣਾ ਕੀ ਹੈ? ਅਕਾਰਥਾ, ਵਿਅਰਥ। ਕਿਹਨਾਂ ਦਾ? ਜਿਨ ਗੁਰ ਨਾ ਦੇਖਿਓ ਨਾ ਕੀਓ। ਸਾਹਿਬ ਜੀ ਆਪੇ ਸ਼ਬਦ ਗੁਰ ਮਨ ਵਸਾਏ। ਗੁਰੂ ਦਾ ਸ਼ਬਦ ਮਨ ਅੰਦਰ ਉਦਣ ਵਸਦਾ ਹੈ ਜਿਸ ਦਿਨ ਗੁਰੂ ਜੀ ਆਪ ਸ਼ਬਦ ਸਾਡੇ ਹਿਰਦੇ ਵਿੱਚ ਟਿਕਾਉਂਦੇ ਨੇ। ਫਿਰ ਸ਼ਬਦੇ ਉਪਜੈ। ਹੁਣ ਸ਼ਬਦ ਤੋਂ ਕੀ ਪੈਦਾ ਹੁੰਦਾ? ਕਹਿੰਦੇ ਸ਼ਬਦੇ ਉਪਜੈ ਅੰਮ੍ਰਿਤ ਬਾਣੀ। ਹੁਣ ਇੱਥੇ ਅੰਮ੍ਰਿਤ ਬਾਣੀ ਇਹ ਨਹੀਂ ਵੀ ਅੰਮ੍ਰਿਤ ਰੂਪੀ ਬੋਲੀ ਪੈਦਾ ਹੁੰਦੀ, ਇੱਕ ਪੱਖ ਇਹ ਵੀ ਹੈ ਵੀ ਅੰਮ੍ਰਿਤ ਰੂਪੀ ਬਾਣੀ ਪੈਦਾ ਹੋ ਗਈ। ਜਦੋਂ ਅੰਦਰ ਸ਼ਬਦ ਵਸਿਆ ਨਾ ਤੇ ਸਾਡੀ ਬਣਾਵਟ ਕਿੱਦਾਂ ਦੀ ਬਣ ਜਾਂਦੀ? ਅੰਮ੍ਰਿਤ ਵਰਗੀ। ਭਾਵ ਅਸੀਂ ਸੋਹਣੀ ਬਣਤਰ ਵਾਲੇ ਬਣ ਜਾਂਦੇ। ਬਾਣੀ ਤੋਂ ਭਾਵ ਬਣਾਵਟ ਵੀ ਹੈ, ਬਣਤਰ ਵੀ ਹੈ। ਮਾਲਕ ਜੀ ਕਹਿੰਦੇ ਜਦੋਂ ਸ਼ਬਦ ਹਿਰਦੇ ਵਿੱਚ ਵਸ ਗਿਆ, ਉਸ ਸ਼ਬਦ ਤੋਂ ਹੁਣ ਕੁਝ ਪੈਦਾ ਹੋਣਾ। ਉਹ ਪੈਦਾ ਕੀ ਹੋਣਾ? ਸਾਡੀ ਸੁੰਦਰ ਬਣਾਵਟ ਬਣੇਗੀ। ਗੁਰਮੁਖ ਆਖ ਸੁਣਾ ਬਣਿਆ। ਜਦੋਂ ਅੰਮ੍ਰਿਤ ਬਾਣੀ ਸੁੰਦਰ ਬਣਾਵਟ ਬਣੀ, ਤੇ ਬਣੀ ਕਿਵੇਂ? ਗੁਰੂ ਦੇ ਰਾਹੀਂ, ਗੁਰੂ ਦੀ ਬਖਸ਼ਿਸ਼ ਸਦਕਾ। ਜਦੋਂ ਗੁਰੂ ਨੇ ਆਪਣਾ ਸ਼ਬਦ ਆਖ ਕੇ ਸੁਣਾਇਆ, ਗੁਰੂ ਨੇ ਆਪ ਕਿਰਪਾ ਕੀਤੀ, ਸ਼ਬਦ ਹਿਰਦੇ ਵਿੱਚ ਟਿਕਾਇਆ, ਗੁਰੂ ਨੇ ਕਿਰਪਾ ਕਰਕੇ ਸ਼ਬਦ ਸਾਡੇ ਹਿਰਦੇ 'ਚ ਵਸਾ ਦਿੱਤਾ। ਉਸ ਸ਼ਬਦ ਤੋਂ ਸਾਡੀ ਸੁੰਦਰ ਬਣਤਰ ਬਣੀ। ਹੁਣ ਉਹ ਸੁੰਦਰ ਬਣਾਵਟ ਕਦੋਂ ਬਣੀ? ਜਦੋਂ ਗੁਰੂ ਨੇ ਸ਼ਬਦ ਆਖ ਕੇ ਸੁਣਾਇਆ ਸਾਨੂੰ, ਜਿਹਨੂੰ ਆਪਾਂ ਮਾਲਕ ਜੀ ਕੀ ਪਾਵਨ ਬਾਣੀ 'ਚ ਪੜ੍ਹਦੇ ਆ। ਸਤਿਗੁਰੂ ਕਹਿੰਦੇ ਕਿ ਅਕਾਲ ਪੁਰਖ ਪਰਮੇਸ਼ਵਰ ਜੀ ਕੀ ਜਿਹੜੀ ਬਾਣੀ ਹੈ ਨਾ, ਆਨੰਦ ਕਰੈ ਨਰ ਨਾਰੀ, ਹਰ ਹਰ ਪ੍ਰਭ ਕਿਰਪਾ ਧਾਰੀ। ਪਰ ਕਦੋਂ? ਸੰਤੋ ਸੁਖ ਹੋਆ ਸਭ ਥਾਈ, ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਖਿਆ ਸਭਨੀ ਜਾਈ। ਹੁਣ ਅਗਾਂਹ ਧੁਰ ਕੀ ਬਾਣੀ ਆਈ, ਤਿੰਨ ਸਗਲੀ ਚਿੰਤ ਮਿਟਾਈ। ਦਇਆਲ ਪੁਰਖ ਮਿਹਰਵਾਨਾ, ਹਰ ਨਾਨਕ ਸਾਚ ਵਖਾਨਾ। ਸ਼ਬਦੇ ਉਪਜੈ ਅੰਮ੍ਰਿਤ ਬਾਣੀ। ਅੰਮ੍ਰਿਤ ਬਾਣੀ ਨੇ ਸਾਡੀ ਬਣਤਰ ਨੂੰ, ਸਾਡੀ ਬਣਾਵਟ ਨੂੰ ਮ੍ਰਿਤਿਉ ਤੋਂ ਰਹਿਤ ਕਰਨਾ, ਅਧਿਆਤਮਕ ਤੌਰ ਉੱਤੇ ਸਾਨੂੰ ਜੀਵਨ ਦੇਣਾ ਹੈ। ਅੰਮ੍ਰਿਤ ਬਾਣੀ ਹਰ ਹਰ ਤੇਰੀ, ਸੁਣ ਸੁਣ ਹੋਵੇ ਪਰਮਗਤ ਮੇਰੀ, ਜਲਨ ਬੁੱਝੀ ਸ਼ੀਤਲ ਹੋਏ ਮਨੁਆ, ਸਤਿਗੁਰ ਕਾ ਦਰਸ਼ਨ ਪਾਈ ਜੀਓ। ਜਦੋਂ ਗੁਰੂ ਨੇ ਰਹਿਮਤ ਕੀਤੀ, ਜਲਨ ਬੁੱਝ ਗਈ, ਅੰਦਰ ਲੱਗੀ ਅੱਗ ਮੁੱਕ ਗਈ। ਸ਼ੀਤਲ ਹੋਏ ਮਨੁਆ, ਜਿਹੜਾ ਮਨ ਕਦੇ ਸੋਚਿਆ ਵੀ ਨਹੀਂ ਵੀ ਠੰਡਾ ਹੋਏਗਾ, ਉਹ ਮਨ ਵੀ ਐ ਠੰਡਾ ਠਾਰ ਹੋ ਗਿਆ। ਪਰ ਹੋਇਆ ਕਿਵੇਂ? ਗੁਰੂ ਸ਼ਬਦ ਸਦਕਾ। ਮਤਲਬ ਗੁਰੂ ਕਾ ਸ਼ਬਦ ਸਾਡੇ ਜੀਵਨ ਨੂੰ ਸੁਚੱਜੀ ਜੀਵਨ ਜਾਚ ਦਿੰਦਾ ਹੈ। ਗੁਰੂ ਕਾ ਉਪਦੇਸ਼ ਸਾਨੂੰ ਸੋਹਣਾ ਜੀਵਨ ਜਿਉਣ ਦਾ ਢੰਗ ਦਿੰਦਾ ਹੈ। ਜੇ ਕਿਤੇ ਗੁਰੂ ਸ਼ਬਦ ਨਾਲ ਸਾਨੂੰ ਜਿਉਣਾ ਆ ਜਾਏ ਤੇ ਮਾਲਕ ਕਹਿੰਦੇ ਸਾਡੇ ਜੀਵਨ ਦੀ ਬਣਾਵਟ ਸੋਹਣੀ ਬਣ ਜਾਂਦੀ ਹੈ। ਜੇ ਗੁਰੂ ਆਪ ਕਿਰਪਾ ਕਰਕੇ ਸਾਡੇ ਮਨਾਂ ਨੂੰ ਸ਼ਬਦ ਸੁਣਾ ਦੇਵੇ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਸਦਾ ਮੁਕਤ ਆਪੇ ਹੈ ਸੱਚਾ,
ਆਪੇ ਅਲਖ ਲਖਾਵਣਿਆ। ਕਹਿੰਦੇ ਅਕਾਲ ਪੁਰਖ ਪਰਮੇਸ਼ਵਰ ਜਿਹੜਾ ਨਾ ਆਪੇ ਕਰਤਾ, ਉਹ ਬਣਾਈ ਜਾਂਦਾ, ਸਭ ਕੁਝ ਬਣਾਈ ਜਾਂਦਾ, ਕਰੀ ਜਾਂਦਾ। ਪਰ ਇੱਥੇ ਤੱਕ ਸੀਮਤ ਨਹੀਂ ਹੈ ਵੀ ਉਹਨੇ ਬਣਾਤਾ ਤੇ ਕੰਮ ਨਿਬੜ ਗਿਆ। ਆਪਾਂ ਕਦੇ ਕੱਲਾ ਕਰਤਾ ਨਹੀਂ, ਨਾਲ ਪੁਰਖ ਵੀ ਪੜ੍ਹਦੇ ਆ। ਕਰਤੇ ਦੇ ਨਾਲ ਜਦੋਂ ਰੱਬ ਦੇ ਗੁਣਾਂ ਨੂੰ ਗਾਵਾਂਗੇ, ਰੱਬ ਦੇ ਗੁਣਾਂ ਦੀ ਵਡਿਆਈ ਕਰਾਂਗੇ, ਸਤਨਾਮ ਤੋਂ ਬਾਅਦ ਵਿੱਚ ਕਰਤਾ ਪੁਰਖ ਅਸੀਂ ਆਖਾਂਗੇ। ਕਰਤਾ ਕਰਨ ਵਾਲਾ, ਉਹ ਤੇ ਹਰ ਬੰਦਾ ਕਹੀ ਜਾਂਦਾ ਮੈਂ ਵੀ ਕਰਤਾ, ਉਹ ਵੀ ਕਰਤਾ, ਸਾਰੇ ਹੀ ਕਰਨ ਵਾਲੇ। ਮੈਂ ਫਲਾਣਾ ਕੰਮ ਕਰਦਾ, ਉਹ ਫਲਾਣਾ ਕਰਦਾ। ਪਰ ਅਸੀਂ ਪੁਰਖ ਨਹੀਂ ਬਣ ਸਕਦੇ। ਭਾਵੇਂ ਸਾਡੇ ਕੋਲ ਸਰੀਰ ਪੁਰਖ ਵਾਲਾ ਹੈ, ਅਸੀਂ ਜੇ ਕਹੀਏ ਨਾ ਵੀ ਮੈਂ ਪੁਰਖ ਹਾਂ, ਇੱਥੇ ਪੁਰਖ ਤੋਂ ਭਾਵ ਮਨੁੱਖ ਵਿਅਕਤੀ ਨਹੀਂ, ਇੱਥੇ ਪੁਰਖ ਤੋਂ ਭਾਵ ਉਹਦੇ ਵਿੱਚ ਵਸਿਆ ਹੋਇਆ। ਕਿਉਂਕਿ ਖੱਖੇ ਨੂੰ ਔਂਕੜ ਹੈ, ਜਿਹੜੀ ਖੱਖੇ ਨੂੰ ਲੱਗੀ ਔਂਕੜ ਹੈ, ਉਹ ਲੱਗੀ ਔਂਕੜ ਇਸ ਗੱਲ ਦਾ ਪ੍ਰਗਟਾਵਾ ਕਰ ਰਹੀ, ਉੱਥੇ ਇੱਕ ਪੁਰਖ ਦੀ ਗੱਲ ਚੱਲ ਰਹੀ, ਬਹੁਤਿਆਂ ਦੀ ਨਹੀਂ। ਉਹ ਪੁਰਖ ਜਿਹੜਾ ਸਭਨਾ 'ਚ ਬੈਠਾ। ਹੁਣ ਸਭਨਾ 'ਚ ਕੌਣ ਬੈਠਾ? ਸਿਰਫ ਪਰਮੇਸ਼ਵਰ। ਕਰਤਾ ਹੈ ਉਹ, ਪਰ ਕਰਤੇ ਦੇ ਨਾਲ ਨਾਲ ਭੁਗਤਾ ਵੀ ਹੈ, ਪੁਰਖ ਵੀ ਹੈ, ਸਾਰਿਆਂ 'ਚ ਬੈਠਾ, ਸਾਰਿਆਂ ਨੂੰ ਮਾਣ ਵੀ ਰਿਹਾ। ਅਸੀਂ ਜਿਹੜੀ ਚੀਜ਼ ਬਣਾ ਲਈਏ ਅਸੀਂ ਉਹਨੂੰ ਮਾਣਦੇ ਨਹੀਂ। ਜਿਵੇਂ ਬਿਲਡਿੰਗ ਬਣਾਉਣ ਵਾਲਾ ਬਿਲਡਿੰਗ ਬਣਾ ਕੇ ਚਲਾ ਗਿਆ, ਵਿੱਚ ਰਹਿਣ ਵਾਲਾ ਕੋਈ ਦੂਜਾ ਆਇਆ। ਲਾਈਟ ਬਣਾਉਣ ਵਾਲੇ ਨੇ ਪਹਿਲੇ ਦਿਨ ਲਾਈਟ ਬਣਾਈ, ਪਹਿਲੀ ਵਾਰੀ ਜਦੋਂ ਲਾਈਟ ਬਣਾਈ ਉਹਨੇ ਰੌਸ਼ਨੀ ਦਾ ਪ੍ਰਬੰਧ ਕਰਤਾ, ਪਰ ਹੁਣ ਉਹ ਸਾਡੇ ਇਸ ਰੌਸ਼ਨੀ ਦੇ ਵਿੱਚ ਥੋੜੀ ਬੈਠਾ। ਹਰ ਥਾਂ ਉੱਤੇ ਲਾਈਟ ਹੈ, ਪਰ ਹਰ ਲਾਈਟ ਵਿੱਚ ਉਹ ਨਹੀਂ। ਇਸੇ ਤਰ੍ਹਾਂ ਬਾਕੀ ਵਸਤੂਆਂ, ਕਿਉਂਕਿ ਚੀਜ਼ ਤੇ ਆਲ ਵਰਲਡ ਵਰਤੀ ਜਾ ਰਹੀ ਹੈ ਨਾ, ਪਰ ਉਹ ਬੰਦਾ ਬਣਾਉਣ ਵਾਲਾ ਆਲ ਵਰਲਡ ਥੋੜੀ ਹੋਏਗਾ। ਟੈਲੀਫੋਨ ਦੀ ਖੋਜ ਕਰਨ ਵਾਲੇ ਨੇ ਟੈਲੀਫੋਨ ਦੀ ਖੋਜ ਕਰਤੀ, ਉਹ ਖੋਜ ਕਰਕੇ ਉਹਨੇ ਸਾਰੇ ਸੰਸਾਰ ਨੂੰ ਇੱਕ ਇਨਸਟਰੂਮੈਂਟ ਦੇਤਾ, ਇੱਕ ਵਸਤੂ ਦੇਤੀ। ਹੁਣ ਵਰਤੋਂ ਸਾਰਾ ਸੰਸਾਰ ਕਰ ਰਿਹਾ, ਪਰ ਹਰ ਟੈਲੀਫੋਨ ਵਿੱਚ ਉਹ ਥੋੜੀ ਬੈਠਾ ਹੈ। ਪਰ ਅਕਾਲ ਪੁਰਖ ਪਰਮੇਸ਼ਵਰ ਦੀ ਬਾਤ ਕਰ, ਉਹਨੇ ਧਰਤੀ ਬਣਾਈ, ਸਾਰਿਆਂ ਨੂੰ ਦਿੱਤੀ, ਧਰਤੀ ਵਿੱਚ ਆਪ ਬੈਠਾ। ਉਹਨੇ ਹਵਾ ਬਣਾਈ, ਸਾਰਿਆਂ ਨੂੰ ਦਿੱਤੀ, ਹਵਾ ਵਿੱਚ ਆਪ ਬੈਠਾ। ਪਾਣੀ ਬਣਾਇਆ, ਪਾਣੀ ਵਿੱਚ ਆਪ ਬੈਠਾ। ਆਕਾਸ਼ ਬਣਾਇਆ, ਆਕਾਸ਼ ਵਿੱਚ ਆਪ ਬੈਠਾ। ਇਹ ਸਾਰੀਆਂ ਚੀਜ਼ਾਂ ਵੱਡੇ ਤੌਰ ਤੇ ਕੱਲਾ ਕੱਲਾ ਮਨੁੱਖ ਬਣਾਇਆ, ਪਰ ਕੱਲੇ ਕੱਲੇ ਵਿੱਚ ਆਪ ਬੈਠਾ। ਇਹਨੂੰ ਇਹ ਨਹੀਂ ਉਹਨੇ ਵੀ ਚੱਲ ਇੰਨੇ ਅਰਬਾਂ ਮਨੁੱਖ ਬਣਾ ਦੇ ਤੇ ਹੁਣ ਅਰਬਾਂ 'ਚ ਥੋੜੀ ਬੈਠਾਂਗਾ, ਉਹ ਸਾਰਿਆਂ 'ਚ ਹੀ ਬੈਠਾ। ਰੋਜ਼ ਲੱਖਾਂ ਪੈਦਾ ਹੋ ਰਹੇ, ਰੋਜ਼ ਲੱਖਾਂ ਮਰ ਰਹੇ, ਸਭਨਾਂ ਵਿੱਚ ਉਹੀ ਹੈ, ਦੂਜਾ ਥੋੜੀ ਆਇਆ ਕੋਈ। ਇਸ ਲਈ ਉਹਨੂੰ ਭੁਗਤਾ ਕਹਿ ਕੇ ਵੀ ਸਾਹਿਬ ਨੇ ਨਿਵਾਜਿਆ। ਆਪੇ ਕਰਦਾ ਵੀ ਹੈ ਤੇ ਆਪੇ ਭੋਗਦਾ ਵੀ ਹੈ। ਜੋ ਕੁਛ ਕੀਤਾ ਉਹਨੂੰ ਮਾਣਿਆ ਵੀ ਉਹਨੇ ਆਪ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੈ ਸਦਾ ਹੈ ਮੁਕਤਾ। ਤੇ ਜਿਹੜਾ ਜੀਵ ਸੰਸਾਰਿਕ ਬੰਧਨਾਂ ਨੂੰ ਗੁਰੂ ਉਪਦੇਸ਼ ਸਦਕਾ ਤੋੜ ਦਏ, ਉਹ ਕੀ ਹੈ? ਆਜ਼ਾਦ। ਬੰਧਨ ਤੋੜਨ ਵਾਲਾ ਹੀ ਆਜ਼ਾਦ ਹੈ ਨਾ, ਬੰਧਨਾਂ 'ਚ ਰਹਿਣ ਵਾਲਾ ਆਜ਼ਾਦ ਥੋੜੀ। ਗੱਲ ਹਸਤੀ ਦੀ, ਗੁਲਾਮੀ ਦੀ ਹੁੰਦੀ ਹੈ, ਜੰਜੀਰਾਂ ਦੀ ਨਹੀਂ। ਜਿਹਨੂੰ ਗੁਲਾਮੀ ਕਰਨ ਦੀ ਆਦਤ ਪੈ ਜਾਏ, ਉਹਦੇ ਗਲ ਵਿੱਚ ਰੱਸੀਆਂ ਪਾਉਣ ਦੀ ਲੋੜ ਨਹੀਂ ਹੁੰਦੀ। ਤੇ ਜਿਨ੍ਹਾਂ ਨੂੰ ਗੁਲਾਮੀ ਕਰਨ ਦੀ ਆਦਤ ਨਾ ਪਵੇ, ਉਹ ਕਦੇ ਸੰਗਲ ਪਾਇਆਂ ਵੀ ਗੁਲਾਮ ਨਹੀਂ ਬਣੇ। ਗੱਲ ਤੇ ਹਸਤੀ ਦੀ ਹੈ। ਜਿਹਨੂੰ ਗੁਲਾਮੀ ਕਰਨ ਦੀ ਆਦਤ ਪੈ ਜਾਏ, ਜਿਵੇਂ ਅਸੀਂ ਘਰ ਦੇ ਵਿੱਚ ਇੱਕ ਜਾਨਵਰ ਹੀ ਰੱਖਿਆ, ਉਹ ਸਾਡਾ ਵਫਾਦਾਰ ਹੈ, ਪਾਲਤੂ ਹੈ, ਉਹਨੂੰ ਸਾਡੇ ਕੋਲ ਰਹਿਣ ਦੀ ਆਦਤ ਪੈ ਗਈ, ਸਾਨੂੰ ਬੰਨਣ ਦੀ ਲੋੜ ਨਹੀਂ ਪੈਂਦੀ। ਤੇ ਜਿਹਨੂੰ ਨਾ ਪਵੇ ਉਹਨੂੰ ਪਾਪਾ ਸੰਗਲ ਰੱਖਣਾ ਪੈਂਦਾ, ਉਹ ਸੰਗਲ ਤੜਾ ਕੇ ਵੀ ਦੌੜ ਜਾਂਦਾ, ਮੈਂ ਨਹੀਂ ਰਹਿਣਾ ਭਾਈ। ਜਿਹੜੇ ਪੰਛੀ ਨੂੰ ਰਹਿਣ ਦੀ ਆਦਤ ਸਾਡੇ ਕੋਲ ਪੈ ਜਾਏ, ਪਿੰਜਰੇ 'ਚ ਤਾੜਨਾ ਨਹੀਂ ਪੈਂਦਾ। ਤੇ ਜਿਹਨੂੰ ਨਾ ਪਵੇ ਉਹਦੇ ਖੰਭ ਕੱਟ ਕੇ ਪਿੰਜਰੇ 'ਚ ਪਾਉਣਾ ਪੈਂਦਾ ਵੀ ਉੱਡ ਨਾ ਜਾਏ। ਫੇਰ ਜਦੋਂ ਖੰਭ ਨਿਕਲ ਦਿਓ, ਫੇਰ ਉਡਾਰੀ ਮਾਰ ਜਾਂਦਾ। ਪੱਖ ਮੈਂ ਤਾਂ ਰੱਖ ਰਿਹਾ
ਅਸੀਂ ਆਪਣੇ ਆਪ ਨੂੰ ਆਜ਼ਾਦ ਕਹਿ ਰਹੇ ਹਾਂ, ਔਰ ਸੰਸਾਰਿਕ ਤੌਰ ਤੇ ਸਰੀਰਕ ਤੌਰ ਤੇ ਹੋ ਸਕਦਾ ਆਜ਼ਾਦ ਵੀ ਹੋਈਏ, ਪਰ ਅਧਿਆਤਮ ਤੌਰ ਉੱਤੇ ਜਿਹੜੀ ਗੁਲਾਮੀ ਅਸੀਂ ਰੋਜ਼ ਕਰ ਰਹੇ ਹਾਂ ਨਾ, ਜਦੋਂ ਉਹ ਬੰਧਨਾਂ ਤੋਂ ਆਜ਼ਾਦ ਹੋਵਾਂਗੇ ਫਿਰ ਅਸੀਂ ਮੁਕਤੇ ਬਣਾਂਗੇ। ਉਹ ਬੰਧਨ ਕਿਹੜੇ? ਆਹ ਬੰਧਨ ਮੋਹ ਰੂਪੀ ਕਹਿ ਲਓ, ਵਿਕਾਰਾਂ ਰੂਪੀ ਕਹਿ ਲਓ, ਜਿਹੜੇ ਇਹਨਾਂ ਬੰਧਨਾਂ 'ਚ ਜਕੜੇ ਹੋਏ ਆ, ਜਿੱਦਣ ਇਹਨਾਂ ਤੋਂ ਆਜ਼ਾਦ ਹੋਵਾਂਗੇ ਸਾਹਿਬ ਕਹਿੰਦੇ ਫਿਰ ਅਸੀਂ ਮੁਕਤ ਬਣਾਂਗੇ। ਤੇ ਸਦਾ ਮੁਕਤ ਆਪੇ ਹੈ ਸੱਚਾ, ਉਹ ਅਕਾਲ ਪੁਰਖ ਪਰਮੇਸ਼ਵਰ ਸਦੀਵ ਆਪ ਮੁਕਤੇ ਹੈਨ, ਆਪੇ ਅਲੱਖ ਲਖਾਵਣਿਆ। ਤੇ ਉਹ ਅਲੱਖ ਪਰਮਾਤਮਾ ਜਿਹਨੂੰ ਲਖਿਆ ਨਹੀਂ ਜਾ ਸਕਦਾ, ਉਹ ਸਮਝ ਹੀ ਉਦਣ ਆਉਂਦਾ ਜਿੱਦਣ ਉਹ ਆਪ ਸਮਝਾਉਂਦਾ ਹੈ। ਉਦੋਂ ਪਹਿਲਾਂ ਕਦੇ ਉਹ ਸਮਝ ਨਹੀਂ ਆਇਆ। ਮਤਲਬ ਅਕਾਲ ਪੁਰਖ ਪਰਮੇਸ਼ਵਰ ਬਾਰੇ ਅਸੀਂ ਜਾਣਾਂਗੇ ਉਦਣ ਹੀ ਜਿੱਦਣ ਉਹ ਆਪ ਜਣਾਵੇਗਾ। ਉਹ ਸਾਨੂੰ ਨਾ ਦੱਸੇ ਅਸੀਂ ਜਾਣ ਨਹੀਂ ਸਕਦੇ, ਸਾਨੂੰ ਨਾ ਸਮਝਾਵੇ ਅਸੀਂ ਸਮਝ ਨਹੀਂ ਸਕਦੇ। ਉਹ ਆਪ ਸਮਝਾਉਂਦਾ ਹੈ, ਅਸੀਂ ਸਮਝਦੇ ਹਾਂ, ਆਪ ਜਣਾਉਂਦਾ ਹੈ, ਅਸੀਂ ਜਾਣਦੇ ਹਾਂ, ਆਪ ਲਿਖਾਉਂਦਾ ਹੈ, ਅਸੀਂ ਲਿਖਦੇ ਹਾਂ, ਅਸੀਂ ਬਿਆਨ ਕਰਦੇ ਹਾਂ। ਭਾਵ ਇਉਂ ਕਹਿ ਲਈਏ ਕਿ ਜੋ ਕੁਝ ਵੀ ਹੈ ਉਹ ਕਰਤਾ ਕਰਵਾਵੇ ਤੇ ਅਸੀਂ ਕਰਦੇ ਹਾਂ। ਸਾਡੀ ਸੱਤਾ ਨਹੀਂ ਕਿ ਅਸੀਂ ਅਕਾਲ ਪੁਰਖ ਦੇ ਖਿਲਾਫ ਜਾ ਕੇ ਕੁਝ ਕਰ ਸਕੀਏ। ਸਾਡੀ ਸੱਤਾ ਤੇ ਇੰਨੀ ਵੀ ਨਹੀਂ ਵੀ ਮੈਂ ਰੱਬ ਦੀ ਮਰਜ਼ੀ ਦੇ ਖਿਲਾਫ ਜੇ ਜਿਉਣ ਦੀ ਆਸ ਲਾ ਕੇ ਬੈਠਾਂ ਤੇ ਜਿਉਂ ਸਕਾਂ। ਸਾਡੀ ਤੇ ਇਹ ਵੀ ਸੱਤਾ ਨਹੀਂ, ਕਿਉਂਕਿ ਰੱਬ ਨੇ ਰਜ਼ਾ ਬਣਾਈ, ਹੁਕਮ ਬਣਾਇਆ, ਭਾਈ ਸਭਨਾਂ ਨੇ ਮਰਨਾ ਹੈ। ਮਰਨ ਨੂੰ ਤਿਆਰ ਕੋਈ ਵੀ ਨਹੀਂ, ਹਰ ਬੰਦਾ ਜਿਉਣ ਦੀ ਆਸ ਲਾ ਕੇ ਬੈਠਾ। ਤੇ ਜੇ ਅਸੀਂ ਰੱਬ ਦੇ ਖਿਲਾਫ ਜਾ ਸਕਦੇ ਹੋਈਏ ਤੇ ਕੋਈ ਮਰੇਗਾ ਨਹੀਂ, ਹਰ ਬੰਦਾ ਜਿਉਏਗਾ, ਕਿਉਂਕਿ ਜੀਵਨ ਦੀ ਲਾਲਸਾ ਬਹੁਤ ਹੈ, ਜ਼ਿੰਦਗੀ ਦੀ ਲਾਲਸਾ ਬਹੁਤ ਹੈ। ਇਸੇ ਲਈ ਅਕਾਲ ਪੁਰਖ ਪਰਮੇਸ਼ਵਰ ਦੀ ਸੱਤਾ ਸਭ ਤੋਂ ਵੱਡੀ ਹੈ, ਉਹਦੀ ਤਾਕਤ ਸਭ ਤੋਂ ਵੱਡੀ ਹੈ। ਪਰ ਇਸ ਬਾਤ ਦੀ ਸਮਝ ਉਦਣ ਆਉਂਦੀ ਹੈ ਜਿਸ ਦਿਨ ਜੀਵ ਗੁਰੂ ਕੇ ਸ਼ਬਦ ਨੂੰ ਆਪਣੇ ਹਿਰਦੇ 'ਚ ਵਸਾ ਲੈਂਦਾ ਹੈ, ਗੁਰੂ ਕੇ ਸ਼ਬਦ ਰਾਹੀਂ ਆਪਣੇ ਹਿਰਦੇ ਵਿੱਚ ਸੋਝੀ ਹਾਸਲ ਕਰ ਲੈਂਦਾ। ਗੁਰੂ ਕਾ ਗਿਆਨ ਜਿੱਦਣ ਹਿਰਦੇ 'ਚ ਟਿਕ ਜਾਂਦਾ ਹੈ, ਫਿਰ ਜੀਵ ਸਮਝਦਾ ਕਿ ਸੱਤਾ ਪਰਮੇਸ਼ਵਰ ਦੀ ਹੈ। ਮੈਂ ਸ਼ੁਕਰਗੁਜ਼ਾਰ ਹਾਂ ਉਸ ਪਰਮੇਸ਼ਵਰ ਦਾ ਜਿਹੜਾ ਆਪਣੀ ਸੱਤਾ ਮੈਨੂੰ ਵਰਤਣ ਵਾਸਤੇ ਦੇ ਰਿਹਾ ਹੈ। ਤੇ ਉਸ ਮਾਲਕ ਅੱਗੇ ਅਰਜ਼ੋਈ ਤੇ ਅਰਦਾਸ ਹੈ ਜਿਸ ਨਾਲ ਕਦੇ ਕੋਈ ਵੀ ਜ਼ੋਰ ਤੇ ਚਾਰਾ ਨਹੀਂ। ਧੰਨ ਗੁਰੂ ਅਰਜਨ ਸਾਹਿਬ ਕਹਿੰਦੇ, ਜਿਸ ਠਾਕੁਰ ਸਿਓ ਨਾਹੀ ਚਾਰਾ ਤਾਕੋ ਕੀਜੈ ਸਦ ਨਮਸਕਾਰਾ। ਬਸ ਉਹਦੇ ਅੱਗੇ ਸਾਡੀ ਬੰਦਨਾ, ਸਾਡੀ ਡੰਡੌਤ ਹੀ ਹੈ ਕਿ ਅਕਾਲ ਪੁਰਖ ਜੀਓ ਆਪ ਕਿਰਪਾ ਕਰਕੇ ਆਪਣੀ ਰਜ਼ਾ ਵਿੱਚ ਸਾਨੂੰ ਰਾਜ਼ੀ ਰੱਖ ਲਓ। ਇੰਨੀ ਕੁ ਰਹਿਮਤ ਕਰੋ ਕਿ ਤੁਹਾਡੇ ਹੁਕਮ ਅਨੁਸਾਰੀ ਸਾਨੂੰ ਜਿਉਣਾ ਆ ਜਾਏ। ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ, ਨਾਨਕ ਘਰ ਕੇ ਗੋਲੇ। तुम्हरी शरण तुम्हारी आशा, तुम्हारी शरण तुम्हारी आशा। तुम ही सजन सुहेले, तुम ही सजन सुहेले। राखो राखण हार दयाला, राखो राखण हार दयाला। नानक घर के गोले, नानक घर के गोले। नानक घर के गोले, नानक घर के गोले।
ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਸਾਡੇ ਸਭਨਾਂ ਦੀਆਂ ਹਾਜ਼ਰੀਆਂ ਮਨਾਂ ਕਰਕੇ ਆਪਣੇ ਦਰ ਉੱਤੇ ਪ੍ਰਵਾਨ ਕਰ ਲੈਣ। ਆਪਣੇ ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦੀਆਂ ਦਾਤਾਂ ਬਖਸ਼ਿਸ਼ ਕਰਕੇ ਨਿਵਾਜਣ, ਤਾਂ ਜੋ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਸਾਹਿਬ ਜੀ ਕੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ। ਸਦਾ ਮੁਕਤ ਆਪੇ ਹੈ ਸੱਚਾ, ਆਪੇ ਅਲਖ ਲਖਾਵਣਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਤੀਜਾ। ਆਨੰਦ ਇੱਕ ਓੰਕਾਰ ਸਤਿ ਗੁਰ ਪ੍ਰਸਾਦ।